ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤਿ ਪਰਗਾਸਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਏਕ ਓੰਕਾਰ ਸਤਿਗੁਰੂ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਨਾਸ਼ਨ ਸੋਏ। ਦੋਹਰਾ ਸਭ ਲੋਕ ਸਤ ਲਾਭ ਮਿਲਾਵੈ, ਨਾਨਾ ਬਿਘਨ ਹੋਨ ਨਹਿ ਪਾਵੈ। ਸ਼ੁਭ ਗੁਣ ਸ਼ਰਵਨ ਮਨ ਅਧਿਆਸ, ਇਹ ਫੁਲਵਾੜੀ ਰਹੀ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਭਾਈ ਸਾਹਿਬ ਜੀ ਗੁਰਸਿੱਖ ਦਾ ਨਿਤਨੇਮ ਪਰਮੇਸ਼ਰ ਨੂੰ ਪਾਉਣ ਦੀਆਂ ਅਨੇਕਾਂ ਜੁਗਤੀਆਂ ਵਿਅਕਤੀਆਂ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਕਹਿ ਰਹੇ ਸੀ ਕਿ ਜੀਵ ਅਤੇ ਪਰਮੇਸ਼ਰ ਇੱਕੋ ਹੀ ਰੂਪ ਹੈ, ਪਰ ਸਾਡੇ ਅੰਦਰ ਬਹੁਤ ਸਾਰਾ ਭਰਮ ਦਾ ਪਰਦਾ ਪੈ ਗਿਆ, ਜਿਸ ਕਰਕੇ ਅਸੀਂ ਪਰਮੇਸ਼ਰ ਨੂੰ ਅਲੱਗ ਤੇ ਆਪਣੇ ਆਪ ਨੂੰ ਅਲੱਗ ਮੰਨਦੇ ਹਾਂ। ਭਾਈ ਸਾਹਿਬ ਜੀ ਕਹਿ ਰਹੇ ਸੀ, ਜਬ ਲਗੇ ਆਪਾ ਜਾਣੇ ਨਿਆਰਾ, ਨਹਿ ਅਭੇਦਤਾ ਭਲੀ ਪ੍ਰਕਾਰਾ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਅਲੱਗ ਜਾਣਦੇ ਹਾਂ, ਅਲੱਗ ਸਮਝਦੇ ਹਾਂ, ਓਨਾ ਚਿਰ ਅਸੀਂ ਪਰਮੇਸ਼ਰ ਦੇ ਵਿੱਚ ਮਿਲ ਨਹੀਂ ਸਕਦੇ। ਉਹਦੇ ਵਿੱਚ ਅਭੇਦ ਨਹੀਂ ਰਹਿਤ ਹੋ ਸਕਦੇ, ਭਾਵ ਭਰਮ ਰਹਿਤ ਨਹੀਂ ਹੋ ਸਕਦੇ, ਸਾਡੇ ਭਰਮ ਖਤਮ ਨਹੀਂ ਹੋ ਸਕਦੇ। ਇਹਨਾਂ ਨੂੰ ਖਤਮ ਕਰਨ ਵਾਸਤੇ ਕੀ ਕਰੀਏ? ਤਬ ਲੋ ਸਤਨਾਮ ਲਿਵ ਲਾਵੈ, ਫਿਰ ਸਿਮਰਨ ਕਰੋ। ਬਸ ਹੌਲੀ ਹੌਲੀ ਇਹ ਆਟੋਮੈਟਿਕ ਸਤਿਗੁਰ ਨੇ ਕਿਰਪਾ ਕਰਨੀ ਆ, ਔਰ ਹੌਲੀ ਹੌਲੀ ਇਹ ਜਿਹੜਾ ਭੇਦ ਸਾਡੇ ਵਿੱਚੋਂ ਨਿਕਲ ਜਾਣਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਾਡੇ ਤੇ ਪਰਮੇਸ਼ਰ ਵਿਚਾਲੇ ਝੂਠ ਦੀ ਕੰਧ ਕਿਵੇਂ ਟੁੱਟੇ? ਤੇ ਜਵਾਬ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ। ਅੱਗੇ ਭਾਈ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਆ, ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਸਖਿਆਤਕਾਰ ਹੋਈ ਜਾਏ, ਤਬ ਇਕ ਹੋਏ ਆਪੇ ਮਿਟ ਜਾਏ। ਤੋਂ ਪਿੱਛੇ ਕਹਿ ਰਹੇ ਸੀਗੇ, ਜਦੋਂ ਸਿਮਰਨ ਕਰਦੇ ਕਰਦੇ ਜੀਵ ਨੂੰ ਪਰਮੇਸ਼ਰ ਪ੍ਰਤੱਖ ਹੋ ਜਾਂਦਾ ਹੈ, ਸਮਝ ਆ ਜਾਂਦੀ ਹੈ, ਤੇ ਉਹਦੇ ਵਿੱਚ ਮਿਲ ਕੇ ਆਪਣਾ ਆਪਾ ਮਿਟ ਜਾਂਦਾ ਹੈ, ਭਾਵ ਆਪਣੀ ਮੈਂ ਖਤਮ ਹੋ ਜਾਂਦੀ ਹੈ, ਫਿਰ ਤੂੰ ਹੀ ਤੂੰ ਰਹਿ ਜਾਂਦਾ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਘਰੇ ਲੰਗਰ ਚੱਲਿਆ ਅਤੇ ਮਾਤਾ ਲੋਈ ਪੁੱਛਦੇ ਆ, ਕਮਾਲ ਹੋ ਗਈ, ਇੰਨਾ ਲੰਗਰ ਕਿਵੇਂ ਚਲਾ ਦਿੱਤਾ ਤੁਸੀਂ? ਸਾਨੂੰ ਪਤਾ ਨਹੀਂ ਲੱਗਿਆ, ਇਹ ਸਮਾਨ ਇੰਨਾ ਕਿੱਥੋਂ ਆ ਗਿਆ?
ਕਬੀਰ ਸਾਹਿਬ ਜੀ ਸੱਚ ਕਹਿੰਦੇ ਆ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਰੌਲਾ ਮੇਰੇ ਨਾਮ ਦਾ ਪੈ ਗਿਆ, ਪਰ ਸਾਰੇ ਕਾਰਜ ਪਰਮੇਸ਼ਰ ਆਪ ਕਰਦਾ ਹੈ। ਕਰੇ ਕਰਾਵੇ ਆਪੇ ਆਪ, ਇੱਦਾਂ ਵੀ ਅਸੀਂ ਕਹਿ ਦਿੰਦੇ ਹਾਂ, ਮਾਨਸ ਕੇ ਕਿਛ ਨਾਹੀ ਹਾਥ। ਤੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿੰਨਾ ਚਿਰ ਮਨੁੱਖ ਜਿਹੜਾ ਹੈ ਪਰਮੇਸ਼ਰ ਨਾਲ ਇੱਕਮਿਕ ਨਹੀਂ ਹੁੰਦਾ ਜੀ, ਜਬ ਲਗ ਆਪਾ ਜਾਣੇ ਨਿਆਰਾ, ਨੈ ਅਭੇਦਤਾ ਭਲੀ ਪ੍ਰਕਾਰਾ। ਇਹ ਫਰਕ ਚੰਗੀ ਤਰ੍ਹਾਂ ਓਨਾ ਚਿਰ ਨਹੀਂ ਮਿਟਦਾ ਜਿੰਨਾ ਚਿਰ ਮਨੁੱਖ ਜੀਵ ਆਪਣੇ ਆਪ ਨੂੰ ਅਲੱਗ ਸਮਝਦਾ ਹੈ ਪਰਮੇਸ਼ਰ ਤੋਂ। ਸਬਦੋ ਸਤਿਨਾਮ ਲਿਵ ਲਾਵੈ, ਨਾਨਾ ਬਿਗਨ ਹੋਨ ਨਹਿ ਪਾਵੈ। ਤਾਂ ਤੇ ਉਸ ਦੇ ਨਾਲ ਇੱਕਮਿਕ ਹੋਣ ਲਈ ਸਤਨਾਮ ਦਾ ਜਾਪ ਕਰਦੇ ਰਹੋ। ਅਲੰਕਾਰ ਬਹੁਤ ਹੈ, ਨਾਮ ਇੱਕ ਹੈ ਪਰਮੇਸ਼ਰ ਦਾ, ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ। ਸਤਨਾਮ ਵੀ ਜਪਿਆ ਜਾ ਸਕਦਾ ਹੈ। ਭਗਤ ਰਵਿਦਾਸ ਜੀ ਨੇ ਸਤਨਾਮ ਦਾ ਜਾਪ ਵੀ ਕੀਤਾ, ਓਮ ਸੋਹੰ ਦਾ ਵੀ ਕੀਤਾ। ਤੇ ਸਤਨਾਮ ਦਾ ਅਰਥ ਹੈ ਜੋ ਸਤਿਗੁਰਾਂ ਨੇ ਸਾਨੂੰ ਦੱਸਿਆ, ਵਾਹਿਗੁਰੂ। ਗੁਰੂ ਦੀ ਸਿਫਤ ਹੀ ਸੱਚੀ ਹੈ, ਪਰਮੇਸ਼ਰ ਦੀ ਸਿਫਤ ਹੀ ਸੱਚੀ ਹੈ। ਇਹਦਾ ਜਾਪ ਕਰਨਾ ਚਾਹੀਏ ਜੀ। ਬੋਲੋ ਸਤਿਨਾਮ ਲਿਵ ਲਾਵੈ, ਨਾਨਾ ਬਿਗਨ ਹੋਨ ਨਹਿ ਪਾਵੈ। ਜਿੰਨਾ ਚਿਰ ਸਾਡੀ ਪਰਮੇਸ਼ਰ ਨਾਲ ਇੱਕਮਿਕਤਾ ਨਹੀਂ ਹੁੰਦੀ, ਉਹਨਾਂ ਚਿਰ ਪਰਮੇਸ਼ਰ ਦਾ ਨਾਮ ਸਾਨੂੰ ਜਪਦੇ ਰਹਿਣਾ ਚਾਹੀਏ। ਗੁਣ ਸਰਬਨ ਮਨ ਨਿਤਿਆਸ, ਇਹ ਫੁਲ ਬਾੜੀ ਰਹੀ ਪ੍ਰਕਾਸ਼। ਤਾਂ ਇਸ ਤਰ੍ਹਾਂ ਸਾਡੇ ਅੰਦਰ ਸ਼ੁਭ ਗੁਣ ਪੈਦਾ ਹੁੰਦੇ ਹੈ। ਜਿਵੇਂ ਬਸੰਤ ਰੁੱਤ ਵਿੱਚ ਨਵੇਂ ਫੁੱਲ ਨਿਕਲਦੇ ਹੈ, ਉਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਜਦੋਂ ਇਹ ਸਿਮਰਨ ਕਰਦਾ ਹੈ, ਸਰਬਨ ਮੰਨਣ, ਨਿਧਿਆਸਨ ਕਰਦਾ ਹੈ। ਨਿਧਿਆਸਨ ਹੁੰਦਾ ਹੈ ਗੱਲ ਪੱਕੀ ਮੰਨ ਲੈਣੀ, ਮੰਨ ਕੇ ਉਹ 'ਤੇ ਚੱਲਣਾ। ਜੇ ਕਿਸੇ ਵਰਕਸ਼ਾਪ ਦੇ ਮਿਸਤਰੀ ਦੇ ਕੋਲ ਕੋਈ ਬੱਚਾ ਕੰਮ ਸਿੱਖਦਾ ਹੈ, ਉਹਨੂੰ ਆਪਣੇ ਉਸਤਾਦ ਦੀ ਗੱਲ ਮੰਨਣੀ ਪੈਣੀ ਹੈ। ਜੇ ਅੱਗੋਂ ਕੋਈ ਨਹੀਂ ਆਏ ਨਹੀਂ ਆਏ ਵੀ ਹੋ ਸਕਦਾ ਹੈ, ਇਹਨੂੰ ਇੱਦਾਂ ਖੋਲ੍ਹ ਲੈਂਦੇ ਆ, ਫਿਰ ਉਹ ਕਦੇ ਵੀ ਸਿੱਖ ਨਹੀਂ ਸਕਦਾ। ਕੋਈ ਸਤਨਾਮ, ਉਹਨੂੰ ਮਾਸਟਰ ਦੀ, ਉਸਤਾਦ ਦੀ ਗੱਲ ਮੰਨ ਕੇ ਹੀ ਸਿੱਖਿਆ ਜਾ ਸਕਦਾ। ਇਸੇ ਤਰ੍ਹਾਂ ਗੁਰੂ ਦੀ ਗੱਲ ਮੰਨ ਕੇ, ਸੁਣ ਕੇ, ਮੰਨ ਕੇ ਅਤੇ ਉਸ ਦੇ ਉੱਤੇ ਚੱਲ ਕੇ ਹੀ ਇਸ ਗੱਲ ਨੂੰ ਜਾਣਿਆ ਜਾ ਸਕਦਾ। ਪ੍ਰੀਤਮ ਜੀ ਕਹਿੰਦੇ, ਸ਼ੁਭ ਗੁਣ ਸਰਵਣ ਮੰਨਣ ਨਿਧਿਆਸ, ਤੇਰੇ ਅੰਦਰ ਸ਼ੁਭ ਗੁਣਾਂ ਦੀ ਫੁਲਵਾੜੀ ਖਿੜੇਗੀ। ਜਿਵੇਂ ਬਸੰਤ ਰੁੱਤ ਚੜ੍ਹਦੀ ਹੈ ਤਾਂ ਦਰਖਤਾਂ ਦੇ, ਪੌਦਿਆਂ ਦੇ, ਛੋਟਿਆਂ ਵੱਡਿਆਂ ਦੇ ਨਵੇਂ ਫੁੱਲ ਨਿਕਲਣੇ ਸ਼ੁਰੂ ਹੋ ਜਾਂਦੇ ਆ। ਉਸੇ ਤਰ੍ਹਾਂ ਮਨੁੱਖ ਨੂੰ ਵੀ ਇਹੀ ਗੱਲ ਕਹਿੰਦੇ ਆ, ਬਸੰਤ ਕੀ ਵਾਰ ਮਹੱਲ ਪੰਜਵਾ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਿਖਨ ਤੇ ਪਾਈ ਹੈ ਰੁੱਤ ਸਹਾਈ, ਵਣ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ। ਬਸੰਤ ਰੁੱਤ ਨੇ ਜਿਹੜਾ ਹੈ ਇਹ ਜੰਗਲ ਨੂੰ, ਵਣ ਨੂੰ, ਤਿਨਕੇ ਨੂੰ ਹਰਾ ਕਰ ਦਿੱਤਾ। ਇੱਥੋਂ ਤੱਕ ਕਿ ਸੁੱਕਿਆ ਹੋਇਆ ਘਾਹ ਵੀ ਹਰਾ ਹੋਣ ਲੱਗ ਜਾਂਦਾ ਦੁਬਾਰਾ। ਇਹ ਬਸੰਤ ਰੁੱਤ ਦਾ ਜਿਹੜਾ ਪ੍ਰਭਾਵ ਹੈ ਇਸ ਬਨਸਪਤੀ 'ਤੇ ਪੈਂਦਾ। ਇਸੇ ਤਰ੍ਹਾਂ ਸਿੱਖਾ ਤੂੰ ਕਿਵੇਂ ਹਰਾ ਭਰਾ ਹੋਵੇਂਗਾ? ਤਾਂ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਿਖਨ ਤੇ ਪਾਈ ਹੈ ਰੁੱਤ ਸਹਾਈ। ਕੁਦਰਤ ਉੱਤੇ ਬਸੰਤ ਰੁੱਤ ਆਈ ਹੈ ਵਧੀਆ, ਅਤੇ ਤੇਰੇ ਉੱਤੇ ਮਨੁੱਖ ਜਾਮੇ ਦੀ ਰੁੱਤ ਆਈ ਹੈ। 84 ਲੱਖ ਜੂਨਾਂ 'ਚੋਂ ਇਹ ਸਫਲੀ ਰੁੱਤ ਤੈਨੂੰ ਮਿਲੀ ਆ। ਇਹਦੇ ਵਿੱਚ ਨਾਮ ਜਪਣਾ ਕਰ, ਇਹਦੇ ਨਾਲ ਤੇਰੇ ਅੰਦਰ ਸ਼ੁਭ ਗੁਣ ਰੂਪੀ ਫੁੱਲ ਪੈਦਾ ਹੋਣਗੇ। ਤੇਰੇ ਅੰਦਰ ਇਹ ਗੁਣਾਂ ਦੀ ਫੁਲਵਾੜੀ ਖਿੜੇਗੀ। ਸਤਨਾਮ ਕੋ ਹਰ ਬਲ ਪਾਰੀ, ਇਨੋ ਬਿਨਾਸ਼ ਬਿਨਾ ਅਵਾਰੀ। ਔਰ ਪਰ ਯਾਦ ਰੱਖੀ, ਤੇਰੀ ਫੁਲਵਾੜੀ ਨੂੰ ਕੁਝ ਅਵਾਰਾ ਪਸ਼ੂ ਖਾਣ ਵਾਲੇ ਵੀ ਹੈ। ਕਿਹੜੇ? ਇਹਦੇ ਆਸਨ ਲਗ ਚਹੇ ਸਿਆਏ, ਸਤਨਾਮ ਕੋ ਹਰ ਬਲ ਪਾਰੀ, ਇਨੋ ਬਿਨਾਸ਼ੇ ਬਿਨਾ ਅਵਾਰੀ। ਤਾਂ ਕਿਹੜੇ ਹਨ? ਕਾਮ, ਕ੍ਰੋਧ ਤੇ ਆਦਿ ਵਿਕਾਰੋ। ਜਿਹੜੇ ਕਾਮ, ਵਾਸ਼ਨਾ, ਕ੍ਰੋਧ, ਇਹ ਪੰਜੇ ਵਿਕਾਰ ਹਨ। ਕੱਲ੍ਹ ਆਪਾਂ ਇਹ ਸਰਵਣ ਕੀਤਾ ਸੀਗਾ। ਇਹ ਪੰਜੇ ਵਿਕਾਰ ਜਿਹੜੇ ਹਨ ਇਹ ਸਾਨੂੰ ਪਰਮੇਸ਼ਰ ਦੀ ਭਗਤੀ ਨਾਲੋਂ ਤੋੜਦੇ ਹੈ। ਅਤੇ ਮਾਨੋ ਉਸੇ ਤਰ੍ਹਾਂ ਜਿਵੇਂ ਕੋਈ ਅਵਾਰਾ ਪਸ਼ੂ ਸਾਡੀ ਖਿੜੀ ਹੋਈ ਫਸਲ ਨੂੰ, ਹਰੀ ਹੋਈ ਫਸਲ ਨੂੰ ਖਾ ਜਾਣ, ਇਹਨਾਂ ਤੋਂ ਬਚ ਕੇ ਰਹਿਣਾ ਕਰੋ। ਇਹ ਮਾਨੋ ਰਹਿਤਾਂ ਹਨ। ਜਿਵੇਂ 10ਵੇਂ ਪਾਤਸ਼ਾਹ ਜੀ ਨੇ ਕਹਿ ਦਿੱਤਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਅਤੇ ਸਿੱਖ ਤਾਂ ਹੀ ਪਿਆਰਾ ਲੱਗੂ ਜੇ ਰਹਿਤ ਹੋਊਗੀ। ਰਹਿਤ ਹੋਊਗੀ ਅਤੇ ਇਹਦੇ ਅੰਦਰ ਚੰਗੇ ਗੁਣ ਪੈਦਾ ਹੋਣਗੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਤਿਸ ਕਾ ਚੇਰਾ।
ਇਸ ਕਰਕੇ ਸਾਨੂੰ ਉਸ ਪਰਮੇਸ਼ਰ ਨਾਲ ਜੁੜਨਾ ਚਾਹੀਏ। ਕਾਮ ਕ੍ਰੋਧ ਆਦਿ ਵਿਕਾਰੋ ਇਹ ਮਿਰਗ ਨਾਨਾ ਬਿਧਨ ਹਜ਼ਾਰੋਂ, ਇਹ ਹਜ਼ਾਰਾਂ ਤਰ੍ਹਾਂ ਦੇ ਵਿਕਾਰ ਹਨ। 5 ਵਿਕਾਰ ਈਰਖਾ, ਨਿੰਦਿਆ, ਚੁਗਲੀ, ਦੋਈ, ਦਵੈਤ, ਸਾੜਾ ਆਦਿ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ। ਗੁਰੂ ਸਾਹਿਬ ਨੇ ਵੈਦ ਨੂੰ ਗਿਆਨ ਦਿੰਦਿਆਂ ਇਹਨੂੰ ਬਿਮਾਰੀਆਂ ਕਹਿ ਦਿੱਤਾ। ਇੱਥੇ ਸਾਨੂੰ ਫੁਲਵਾੜੀ ਦੀ ਗੱਲ ਕੀਤੀ ਤੇ ਇਹਨਾਂ ਨੂੰ ਅਵਾਰਾ ਪਸ਼ੂ ਕਹਿ ਦਿੱਤਾ ਜੀ। ਸਤਨਾਮ ਕੋ ਹਰ ਬਲ ਭਾਰੀ ਇਨੋ ਬਿਨਾਸ਼ੇ ਬਿਨਾ ਅਵਾਰੀ। ਇਹਨਾਂ ਅਵਾਰਾ ਪਸ਼ੂਆਂ ਨੂੰ ਸਿਮਰਨ ਹੀ ਭਜਾ ਸਕਦਾ ਹੈ। ਭਾਵ ਸਾਡੇ ਅੰਦਰ ਅਨੇਕਾਂ ਤਰ੍ਹਾਂ ਦੇ ਫੁਰਨੇ ਪੈਦਾ ਹੁੰਦੇ ਹਨ। ਪਹਿਲਾਂ ਸਾਡੇ ਅੰਦਰ ਫੁਰਨਾ ਪੈਦਾ ਹੁੰਦਾ ਹੈ, ਫਿਰ ਉਸ ਦੀ ਪਾਵਰ ਸਾਡੇ ਹੱਥਾਂ ਦੇ ਵਿੱਚ ਆਉਂਦੀ ਹੈ। ਫਿਰ ਹੱਥਾਂ ਦੇ ਵਿੱਚੋਂ ਸਾਡੇ ਕੋਲੋਂ ਉਹ ਕਰਮ ਹੋ ਜਾਂਦਾ ਹੈ, ਚਾਹੇ ਕਿਸੇ ਨੂੰ ਮਾਰਨ ਦਾ, ਚਾਹੇ ਕੁਛ ਵੀ ਕਰਨ ਦਾ ਹੈ। ਪਹਿਲਾਂ ਸਾਡੇ ਅੰਦਰ ਫੁਰਨਾ ਬਣਦਾ ਅਤੇ ਫੁਰਨਾ ਨਾੜੀਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਉਹ ਸ਼ਕਤੀ ਤੁਹਾਡੀ ਬਾਂਹ ਵਿੱਚ ਆਵੇਗੀ। ਤੁਸੀਂ ਗੁੱਸਾ ਕਰਦੇ ਹੋ ਨਾ, ਅਤੇ ਗੁੱਸਾ ਕਰਦੇ ਹੋਏ ਜਦੋਂ ਤੁਸੀਂ ਸੋਚਿਆ ਵੀ ਮੈਂ ਇਹਦੇ ਲੱਪੜ ਮਾਰਨਾ ਹੈ, ਅਤੇ ਤੁਸੀਂ ਖਿਆਲ ਕਰਿਓ ਸੱਜੇ ਹੱਥ ਵਿੱਚ ਇੱਕ ਝਰਨਾਹਟ ਪੈਦਾ ਹੋ ਜਾਵੇਗੀ ਨਾਲ ਦੀ ਨਾਲ, ਕਹੋ ਸਤਨਾਮ ਮਾਰਨ ਵਾਸਤੇ। ਤਾਂ ਇਹਦਾ ਮਤਲਬ ਜਿਹੜਾ ਸਿਮਰਨ ਹੈ ਉਹ ਇਹਨਾਂ ਵਿਕਾਰਾਂ ਨੂੰ ਖਤਮ ਕਰ ਸਕਦਾ ਹੈ, ਵਿਨਾਸ਼ ਕਰ ਸਕਦਾ ਹੈ ਜੀ। ਗਿਆਨ ਸਿਖਿਆਤ ਸਗਰੇ ਬਿਗਨ ਕਰਤ ਹੈ ਸ਼ਾਂਤ। ਨਿਧ ਆਸਣ ਲਗ ਚਾਹੇ ਸਹਾਏ। ਤਾਂ ਨਿਧ ਆਸਣ ਦਾ ਮਤਲਬ ਕੀ ਹੈ? ਗੱਲ ਨੂੰ ਮੰਨਣਾ, ਚਿੱਤ ਬਿਰਤੀ ਲਾ ਕੇ ਉਸ ਪਰਮੇਸ਼ਰ ਦੇ ਨਾਲ ਜੁੜਨਾ, ਉਸ ਦੀ ਸਹਾਇਤਾ ਪ੍ਰਾਪਤ ਕਰਨੀ। ਰੱਥੀ ਆਪਾਂ ਰੱਥੀ ਹਾਂ ਅਤੇ ਮਹਾਰਥੀ ਪਰਮੇਸ਼ਰ ਹੈ। ਆਤਮਾ ਰੱਥੀ ਹੈ, ਸਰੀਰ ਰੱਥ ਹੈ। ਸਰੀਰ ਦੇ ਵਿੱਚ ਆਤਮਾ ਰੱਥੀ ਹੈ ਅਤੇ ਇਹ ਕਿੰਨੀਆਂ ਆਤਮਾ ਹਨ? ਇਹਨਾਂ ਸਾਰਿਆਂ ਨੂੰ ਕੰਟਰੋਲ ਕਰਨ ਵਾਲਾ ਮਹਾਰਥੀ ਪਰਮੇਸ਼ਰ ਹੈ। ਤਾਂ ਇਹ ਆਤਮਾ ਫਿਰ ਉਸ ਪਰਮੇਸ਼ਰ ਦੇ ਕੋਲੋਂ ਸਹਾਇਤਾ ਦੀ ਲੋੜ ਚਾਹੁੰਦੀ ਹੈ। ਜਦੋਂ ਇਸ ਮਾਰਗ 'ਤੇ ਚੱਲਣਾ ਪੈਂਦਾ, ਜਦੋਂ ਇਹ ਸੱਚ ਦੇ ਮਾਰਗ 'ਤੇ ਚੱਲਣਾ ਪੈਂਦਾ, ਜੋ ਅਸੀਂ ਸੁਣਿਆ, ਜਦੋਂ ਉਸ 'ਤੇ ਚੱਲਣਾ ਪਿਆ ਅਤੇ ਫਿਰ ਪਰਮੇਸ਼ਰ ਕੋਲੋਂ ਸਹਾਇਤਾ ਮੰਗੀ। ਚਾਹੇ ਉਹ ਭਾਈ ਤਾਰੂ ਸਿੰਘ ਹੋਰੀ ਖੋਪੜੀ ਲੁਹਾ ਗਏ, ਚਾਹੇ ਬੰਦ ਕਟਵਾ ਗਏ, ਤਾਂ ਉਹਨਾਂ ਜਦੋਂ ਸੱਚ ਦੇ ਮਾਰਗ 'ਤੇ ਚੱਲਣਾ ਕੀਤਾ ਅਤੇ ਕਿੰਨੇ ਤਕਲੀਫਾਂ ਆਈਆਂ। ਫਿਰ ਉਸ ਵੇਲੇ ਉਹਨਾਂ ਦਾ ਆਸਰਾ ਕੇਵਲ ਪਰਮੇਸ਼ਰ ਜਾਂ ਗੁਰੂ ਸੀ। ਨਾਮਦੇਵ ਨੂੰ ਸੰਗਲਾਂ ਨਾਲ ਬੰਨ੍ਹ ਲਿਆ ਰਾਜੇ ਨੇ, ਉਸ ਵੇਲੇ ਉਹਨੂੰ ਆਸਰਾ ਕੇਵਲ ਪਰਮੇਸ਼ਰ ਦਾ ਸੀ। ਤਾਂ ਇਹ ਰੱਥੀ ਉਸ ਮਹਾਰਥੀ ਤੋਂ ਸਹਾਇਤਾ ਮੰਗੇ। ਫਿਰ ਜਦੋਂ ਤੇਰੇ ਕਾਰਜ ਵਿੱਚ ਵਿਘਨ ਪਵੇ ਤਾਂ ਫਿਰ ਇਹ ਆਤਮਾ ਰੂਪੀ ਰੱਥੀ ਮਹਾਰਥੀ ਤੋਂ ਸਹਾਇਤਾ ਮੰਗਦਾ ਹੈ। ਅਤੇ ਜਦ ਸਹਾਇਤਾ ਮੰਗਦਾ ਤੇ ਫਿਰ ਹੈ ਅਤਿਰਿਤੀ ਗਿਆਨ ਸਿਖਿਆਤ ਸਗਰੇ ਬਿਗਨ ਕਰਤ ਹੈ ਸ਼ਾਂਤ। ਕਿਉਂ? ਅਤਿਰਥੀ ਵੱਡਾ, ਸਭ ਤੋਂ ਵੱਡਾ, ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ, ਉਹ ਫਿਰ ਸਾਡੇ ਸਾਰੇ ਵਿਘਨਾਂ ਦਾ ਖਾਤਮਾ ਕਰਦਾ ਹੈ। ਉਹਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੈ, ਉਹ ਸਾਡੀ ਸਭ ਦੀ ਮਦਦ ਕਰਦਾ ਹੈ, ਪਰ ਉਹਦੇ ਉੱਤੇ ਕੋਈ ਨਹੀਂ ਗਾ। ਉਹ ਨਿਰਭਉ ਵੀ ਹੈ ਅਤੇ ਨਿਰਵੈਰ ਵੀ ਹੈ। ਸਾਨੂੰ ਉਹਦੀ ਲੋੜ ਹੈ। ਜਿਨ੍ਹਾਂ ਨੇ ਉਹਨੂੰ ਸਿਮਰਿਆ ਉਹ ਨਿਰਭਉ ਹੋ ਗਏ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਇਸ ਕਰਕੇ ਚਾਹ ਸਹਾਇਕ ਕੀ ਨਹਿ ਧਰੈ। ਸਾਨੂੰ ਸੰਸਾਰ ਦੇ ਲੋਕਾਂ ਦੀ ਸਹਾਇਤਾ ਦੀ ਬਜਾਏ ਉਸ ਪਰਮੇਸ਼ਰ ਤੋਂ ਸਹਾਇਤਾ ਮੰਗਣੀ ਚਾਹੀਦੀ ਹੈ। ਸਹਾਇਕ ਦੀ ਚਾਹ ਨਾ ਧਾਰਨ ਕਰੇ ਅਗਿਆਨ ਸਹਿਤ, ਵਿਕਾਰਾਂ ਦਾ ਨਾਸ਼ ਕਰਨ ਦੇ ਲਈ ਕੇਵਲ ਤੇ ਕੇਵਲ ਸਲਾਹੀ ਸਲਾਹੋ ਤਬਲੋ ਸੁਰਤ ਨਾ ਮਿਲੀ ਬ੍ਰਹਮ ਮੈਂ ਜਬਲੋ। ਜਿੰਨਾ ਚਿਰ ਤੁਹਾਡੀ ਸੁਰਤ ਸ਼ਬਦ ਨਾਲ ਇੱਕਮਿਕ ਨਹੀਂ ਹੋ ਜਾਂਦੀ, ਉਹਨਾਂ ਚਿਰ ਸਲਾਹੀ ਸਲਾਹੇ ਸਲਾਹੁੰਦੇ ਜਾਓ, ਸਲਾਹੁੰਦੇ ਜਾਓ। ਭਾਵ ਉਹਦਾ ਸਿਮਰਨ ਕਰਦੇ ਰਹੋ ਅਤੇ ਇੱਕ ਦਿਨ ਫਿਰ ਉਹ ਪ੍ਰਗਟ ਹੋ ਜਾਂਦਾ। ਜਿਸ ਤਰ੍ਹਾਂ ਧੰਨੇ ਭਗਤ ਦੀ ਵੀ ਐਸੀ ਹੀ ਕਹਾਣੀ ਆ। ਲੋੜ ਕਾਢ ਦੀ ਮਾਂ ਹੈ। ਜਦੋਂ ਬੰਦੇ ਨੂੰ ਲੋੜ ਪੈਂਦੀ ਹੈ, ਉਸ ਲੋੜ ਨੂੰ ਪੂਰੀ ਕਰਨ ਵਾਸਤੇ ਕੋਈ ਕਾਢ ਕੱਢਦਾ ਅਤੇ ਧੰਨਾ ਭਗਤ ਜਿਸ ਦੇ ਭਰਾਵਾਂ ਨੇ ਇਹਨੂੰ ਭੋਲਾ ਜਾਣ ਕੇ ਜ਼ਮੀਨ ਉਹ ਦਿੱਤੀ ਜਿਹੜੀ ਬੰਜਰ ਸੀ, ਜਿਹਦੇ ਵਿੱਚ ਘਾਹ ਫੂਸ ਜੜ ਬੂਟ ਮਲੇ ਆਦਿ ਅਨੇਕਾਂ ਤਰ੍ਹਾਂ ਦੀਆਂ ਇਹ ਅਲਾਮਤਾਂ ਸਨ। ਜਿਹੜੀ ਬੀਜਣਯੋਗ ਜ਼ਮੀਨ ਨਹੀਂ ਸੀ, ਕਹਿੰਦੇ ਉਹ ਇਹਨੂੰ ਦੇ ਦਿੱਤੀ ਗਈ। ਅਤੇ ਇਹ ਸਮਾਂ ਲਗਾਉਣ ਲੱਗਿਆ ਆਪਣੀਆਂ
ਗਊਆਂ ਪਾਲ ਕੇ, ਜਿਵੇਂ ਮਾਰਵਾੜ ਦੇ ਲੋਕ ਗਊਆਂ ਪਾਲਦੇ ਆ, ਉਹਨਾਂ ਦੁੱਧ ਵੇਚਦੇ ਆ ਜਾਂ ਗਊਆਂ ਵੇਚਦੇ ਆ ਅੱਗੇ ਪਾਲ ਕੇ, ਤਾਂ ਉਹ ਗਊਆਂ ਪਾਲ ਕੇ ਹੀ ਸਮਾਂ ਲੰਘਾਉਣ ਲੱਗੇ ਆ। ਅਤੇ ਇੱਕ ਦਿਨ ਉਹ ਗਊਆਂ ਚਾਰਨ ਵਾਸਤੇ ਜਾ ਰਿਹਾ ਹੈ ਅਤੇ ਰਸਤੇ ਵਿੱਚ ਇੱਕ ਮੰਦਰ ਪੈਂਦਾ ਹੈ। ਉਹ ਰੋਜ਼ ਉਸ ਨੂੰ ਦੇਖਦਾ, ਪੰਡਤ ਨੂੰ, ਇੱਕ ਠਾਕਰ ਨੂੰ ਲੈ ਕੇ ਚੰਗੀ ਤਰ੍ਹਾਂ ਨਿਭਾਉਂਦਾ ਧਵਾਉਂਦਾ, ਉਹਦੇ ਅੱਗੇ ਟੱਲੀਆਂ ਵਜਾਉਂਦਾ, ਉਹਦੇ ਅੱਗੇ ਭੋਜਨ ਰੱਖ ਕੇ ਅਨੇਕਾਂ ਤਰ੍ਹਾਂ ਦੀਆਂ ਬੇਨਤੀਆਂ ਜੋਦੜੀਆਂ ਕਰਦਾ। ਇਹ ਧੰਨਾ ਰੋਜ਼ ਵੇਖਦਾ ਸੀਗਾ। ਹੁਣ ਧੰਨੇ ਨੂੰ ਲੋੜ ਸੀਗੀ ਵੀ ਕੋਈ ਮੇਰੀ ਮਦਦ ਕਰੇ ਅਤੇ ਮੇਰਾ ਇਹ ਖੇਤ ਸਾਫ਼ ਕਰਵਾ ਦੇਵੇ। ਅਤੇ ਇੱਕ ਦਿਨ ਉਹਨੇ ਪੁੱਛ ਹੀ ਲਿਆ ਪੰਡਤ ਨੂੰ ਵੀ ਪੰਡਤ ਜੀ, ਇਹ ਤੁਹਾਡਾ ਠਾਕਰ ਹੈ ਜਿਹੜਾ ਕੋਈ ਕੰਮ ਵੀ ਕਰਦਾ ਕਿ ਵਿਹਲਾ ਹੀ ਰਹਿੰਦਾ? ਅਤੇ ਪੰਡਤ ਕਹਿੰਦਾ, ਲੈ ਇਹ ਸਾਰੇ ਕੰਮ ਕਰਦਾ ਹੈਗਾ। ਅੱਛਾ, ਜਦ ਜੇ ਕੰਮ ਕਰਦਾ ਅਤੇ ਜੇ ਤੈਨੂੰ ਠੀਕ ਲੱਗਦਾ ਤਾਂ ਮੈਨੂੰ ਵੀ ਇੱਕ ਠਾਕਰ ਦੇ, ਫਿਰ ਕਹੋ ਸਤਿਨਾਮ। ਹੁਣ ਪੰਡਤ ਨੇ ਵੀ ਭੋਲਾ ਭਾਲਾ ਜਾਣਿਆ ਇਸ ਨੂੰ। ਭੋਲੇ ਭਾਏ ਮਿਲੇ ਰਘੁਰਾਇਆ, ਧੰਨੇ ਨੂੰ ਭੋਲੇ ਭਾਈ ਮਿਲੇ ਆ। ਪੰਡਤ ਕਹਿੰਦਾ ਠੀਕ ਆ। ਕਈ ਦਿਨ ਤਾਂ ਇਹ ਮੰਗਦਾ ਰਿਹਾ, ਕਈ ਦਿਨ ਪੰਡਤ ਵੀ ਜਵਾਬ ਦਿੰਦਾ ਰਿਹਾ ਵੀ ਇਹਨੂੰ ਜੱਟ ਮੂਟ ਨੂੰ ਕੀ ਪਤਾ ਕਿਵੇਂ ਭਗਤੀ ਕਰਨੀ ਹੈ, ਕਿਵੇਂ ਇਹਦੀ ਸੇਵਾ ਕਰਨੀ ਹੈ, ਕਿਵੇਂ ਪੂਜਾ ਕਰਨੀ ਹੈ। ਜਵਾਬ ਦਿੰਦਾ ਰਿਹਾ, ਟਾਲ ਮਟੋਲ ਕਰਦਾ ਰਿਹਾ। ਇੱਕ ਦਿਨ ਕਹਿਣ ਲੱਗਿਆ ਵੀ ਠਾਕਰ ਤਾਂ ਮੈਂ ਦੇ ਦੂੰਗਾ, ਪਰ ਮਿੱਤਰਾ ਤੈਨੂੰ ਨਾ ਇੱਕ ਦੁੱਧ ਵਾਲੀ ਗਾਂ ਦੇਣੀ ਪਊਗੀ ਇਹਦੇ ਵੱਟੇ। ਕੋਈ ਸਤਿਨਾਮ। ਕਹਿੰਦੇ ਵੀ ਗਾਂ ਦੇ ਦਿਆਂਗੇ, ਮੇਰੇ ਕੋਲ ਬਥੇਰੀਆਂ ਗਊਆਂ ਹੈਗੀਆਂ, ਨਵੀਂ ਸੂਈ ਗਾਂ ਦੇ ਦੂੰਗਾ। ਕਹਿੰਦੇ ਠੀਕ ਆ। ਅਤੇ ਉਸ ਨੇ ਇੱਕ ਪੱਥਰ ਗੋਲ ਮੋਲ ਲਪੇਟ ਕੇ ਫੜਾਤਾ ਧੰਨੇ ਨੂੰ, ਅਤੇ ਧੰਨਾ ਗਾਂ ਬੱਚਾ ਉਹਦੇ ਘਰ ਛੱਡ ਗਿਆ। ਹੁਣ ਜਾਂਦਾ ਹੋਇਆ ਪੁੱਛਦਾ ਵੀ ਸੇਵਾ ਕਿਵੇਂ ਕਰਨੀ, ਉਹ ਤਾਂ ਦੱਸ ਦੇ ਮੈਨੂੰ, ਕਿਵੇਂ ਖੁਸ਼ ਹੋਊ, ਕਿਵੇਂ ਮੰਨੂਗਾ ਇਹ? ਕਹਿੰਦੇ ਵੀ ਇਸ ਨੂੰ ਸੱਚੇ ਪਾਣੀ ਨਾਲ ਨਵਾ ਧਵਾ ਕੇ ਚੌਂਕੀ 'ਤੇ ਰੱਖ ਕੇ ਸਾਫ਼ ਕਰਕੇ ਪੂੰਝ ਕੇ ਫਿਰ ਇਸ ਨੂੰ ਭੋਗ ਲਵਾਈ ਪ੍ਰਸ਼ਾਦੇ ਦਾ। ਭੋਗ ਲਵਾਉਣ ਤੋਂ ਬਾਅਦ ਫਿਰ ਜਦੋਂ ਪ੍ਰਗਟ ਹੋ ਗਿਆ ਫਿਰ ਤੇਰਾ ਕੰਮ ਕਰੂਗਾ ਸਾਰੇ। ਕਹਿਣ ਲੱਗੇ ਠੀਕ ਆ। ਘਰੇ ਲਿਆਇਆ। ਪਹਿਲਾਂ ਲੱਕੜ ਦੀ ਚੌਂਕੀ ਹੁੰਦੀ ਸਾਡੀ 1.5-2 ਫੁੱਟ ਦੀ, ਉਹਦੇ ਉੱਤੇ ਰੋਟੀਆਂ ਮਾਈਆਂ ਰੱਖਦੀਆਂ ਪੌਣਾ ਵਿਛਾ ਕੇ, ਅਤੇ ਉਹੋ ਜਿਹੀ ਕੋਈ ਚੌਂਕੀ ਲੈ ਲਈ, ਉਹਦੇ ਉੱਤੇ ਨਹਾ ਧਵਾ ਕੇ ਉਸ ਠਾਕਰ ਨੂੰ, ਕਿਉਂਕਿ ਉਹਨੇ ਤਾਂ ਖਹਿੜਾ ਛੁਡਾਇਆ ਸੀਗਾ, ਪੱਥਰ ਦੇ ਇੱਕ ਗੈਲ ਛੁਡਾਵੇ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਆ 12 'ਚ, ਗੈਲ ਹੁੰਦਾ ਪਿੱਛਾ ਛਡਾਉਣਾ। ਉਹਨੇ ਗੋਲ ਪੱਥਰ ਦੇ ਕੇ ਉਹਨੂੰ ਪਿੱਛਾ ਛਡਾ ਲਿਆ ਧੰਨੇ ਤੋਂ। ਘਰ ਵਾਲੇ ਨੇ ਕਹਿੰਦਾ ਭਗਵਾਨ ਨੇ ਪ੍ਰਸ਼ਾਦੇ ਬਣਾ, ਆਪਣੇ ਘਰੇ ਠਾਕੁਰ ਆਏ, ਆਪਾਂ ਉਹਨੂੰ ਭੋਗ ਲਵਾਉਣਾ। ਪਹਿਲਾਂ ਉਹਨੇ ਲਵਾਤਾ, ਬਣਾਤਾ ਪ੍ਰਸ਼ਾਦਾ, ਰੱਖਤਾ ਮੂਹਰੇ, ਛਕੋ ਮਹਾਰਾਜ। ਹੁਣ ਠਾਕਰ ਨੇ, ਪੱਥਰ ਨੇ ਕਿੱਥੇ ਛਕਣਾ ਸੀਗਾ? ਸਵੇਰ ਤੋਂ ਸ਼ਾਮਾਂ ਪੈ ਗਈਆਂ, ਛਕਿਆ ਹੀ ਨਾ। ਤਾਂ ਫਿਰ ਧੰਨਾ ਕਹਿਣ ਲੱਗਿਆ ਵੇਖੋ ਵੀ ਆਪਣੇ ਘਰ ਤਾਂ ਰੁੱਖੀ ਮਿੱਸੀ ਹੋਈ ਆ, ਤੈਨੂੰ ਖੀਰ ਖਾਣ ਦੀ ਆਦਤ ਪਈ ਹੋਊਗੀ। ਮੈਨੂੰ ਪਤਾ ਪੰਡਤ ਕੋਲੇ ਖੀਰ ਖੂਰ ਵਾਧੂ ਹੁੰਦੀ ਆ, ਆਪਾਂ ਤਾਂ ਸਾਗ ਸਰੋਂ ਦਾ ਬਣਾਇਆ ਅਤੇ ਲੱਸੀ ਹੈ ਅਤੇ ਆ ਬਾਜ ਦੇ ਪ੍ਰਸ਼ਾਦੇ ਆ, ਇਹੀ ਛਕਣੇ ਪੈਣੇ ਆ। ਮੈਂ ਵੀ ਇਹੀ ਖਾਣਾ, ਤੂੰ ਵੀ ਇਹੀ ਖਾ। ਹੁਣ ਕੋਈ ਸਤਿਨਾਮ। ਇਹੋ ਜਿਹੀਆਂ ਬੇਨਤੀਆਂ ਜੋਦੜੀਆਂ ਕਰੀ ਜਾਂਦਾ, ਲੇਲੜੀਆਂ ਕੱਢੀ ਜਾਂਦਾ। ਇੱਕ ਦਿਨ ਟੱਪਿਆ, 2 ਦਿਨ ਟੱਪੇ, ਤੀਜਾ ਦਿਨ ਚੜ੍ਹ ਗਿਆ ਅਤੇ ਉਹ ਥਾਲੀ ਉੱਥੇ ਪਈ ਆ, ਚੱਕੀ ਨਹੀਂ। ਕਹਿੰਦੇ ਆਹ ਪਈ ਆ, ਜਦੋਂ ਖਾਏਗਾ ਉਹਦੀ ਮੈਂ ਖਾਊਂਗਾ। ਫਿਰ ਠੀਕ ਆ। ਅਖੀਰ ਪਰਮੇਸ਼ਰ ਨੇ ਇਸ ਦੀ ਭਾਵਨਾ ਦੇਖ ਕੇ ਪ੍ਰਗਟ ਹੋਣਾ ਕੀਤਾ। ਸਾਹਮਣੇ ਧੰਨੇ ਦੇ ਧੰਨੇ ਵਰਗਾ ਹੀ ਆ ਬੈਠਾ, ਜਿਹਨੂੰ ਇੱਥੇ ਅਤਿਰਥੀ ਕਿਹਾ, ਮਹਾਰਥੀ ਕਿਹਾ। ਉਹ ਪਰਮੇਸ਼ਰ, ਇਹਨੂੰ ਲੋੜ ਸੀ ਸਹਾਇਕ ਦੀ, ਅਤੇ ਸਹਾਇਤਾ ਪਰਮੇਸ਼ਰ ਕਰਦਾ ਸਭ ਤੋਂ ਵੱਡੀ, ਅਤੇ ਆ ਬੈਠਾ। ਕਹਿੰਦੇ ਆ ਗਏ ਮਹਾਰਾਜ, ਬਹੁਤ ਚਿਰ ਲਵਾਤਾ, ਇੰਨੀ ਜਿੱਦ ਵੀ ਨਹੀਂ ਕਰਨੀ ਚਾਹੀਦੀ। ਭੋਜਨ ਛਕੋ। ਪਹਿਲਾਂ ਛਕਾਇਆ। ਕਹਿੰਦੇ ਹੁਣ ਦੱਸੋ ਕਰਨਾ ਕੀ ਹੈ? ਕਹਿੰਦੇ ਖੇਤ ਚੱਲਦੇ ਆ, ਖੇਤੀਬਾੜੀ ਆਪਣਾ ਕੰਮ, ਹੋਰ ਤਾਂ ਕਰਨਾ ਕੀ? ਆਪਾਂ ਤਾਂ ਖੇਤ ਲੈ ਗਏ ਠਾਕਰ ਨੂੰ ਨਾਲ। ਧੰਨੇ ਵਰਗਾ ਹੀ ਦੂਜਾ ਉਹਦੇ ਨਾਲ ਤੁਰਿਆ ਜਾ ਰਿਹਾ। ਧੰਨੇ ਨੂੰ ਫੀਲ ਹੁੰਦਾ, ਧੰਨੇ ਨੂੰ ਦਿਸਦਾ ਹੈ। ਖੇਤ ਚਲੇ ਗਏ, ਖੇਤ ਸਾਫ਼ ਕੀਤਾ, ਵਾਹਿਆ। ਪੱਥਰ ਬੜੇ ਸੀ ਖੇਤ ਦੇ ਵਿੱਚ, ਸਭ ਸੈੱਟ ਕਰ ਲਿਆ। ਹੁਣ ਕਹਿੰਦੇ ਵਾਹ ਤਾਂ ਲਿਆ, ਹੁਣ ਇਹਨੂੰ ਪਾਣੀ ਲਾ ਲਈਏ। ਠਾਕਰ ਨੂੰ ਕਹਿਤਾ ਵੀ ਤੂੰ ਐਂ ਕਰ, ਆ ਖੂਹ 'ਤੇ ਹਲਟੀ ਲੱਗੀ ਆ ਅਤੇ ਤੂੰ ਬਲਦਾਂ ਨੂੰ ਹੱਕੀ ਜਾ, ਪਾਣੀ ਨਿਕਲੀ ਜਾਊਗਾ, ਮੈਂ ਉੱਧਰੋਂ ਮੋੜਦਾ ਰਹੂੰਗਾ, ਵੱਟਾਂ ਵੁੱਟਾਂ ਬੰਨ੍ਹਦਾ ਰਹੂੰਗਾ। ਕਹਿੰਦੇ ਉਹ ਤਾਂ ਵੱਟਾਂ ਬੰਨ੍ਹਣ ਵਗ ਗਿਆ ਅਤੇ ਇੱਧਰੋਂ ਪਾਣੀ ਇੰਨਾ ਤੇਜ਼ ਨਿਕਲਿਆ ਅਤੇ ਧੰਨੇ ਨੇ ਸੋਚਿਆ ਸ਼ਾਇਦ ਬਲਦਾਂ ਨੂੰ ਬਾਹਲਾ ਭਜਾਤਾ ਅਤੇ ਹਲਟੀ ਤੇਜ਼ ਹੋ ਗਈ। ਕੋਈ ਸਤਿਨਾਮ। ਇੰਨਾ ਪਾਣੀ ਕਹਿੰਦਾ ਉਹ ਠਾਕਰਾ ਹੌਲੀ 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 ਕਹਿੰਦਾ ਨੇੜੇ ਆਇਆ ਅਤੇ ਖੂਹ ਉਛਲੀ ਜਾਂਦਾ। ਬਲਦ ਤਾਂ ਉੱਥੇ ਖੜ੍ਹੇ ਆ ਸਾਈਡ 'ਤੇ। ਕੋਈ ਸਤਿਨਾਮ। ਖੂਹ ਹੀ ਉਛਲੀ ਜਾਂਦਾ ਆਪੇ, ਜਿਵੇਂ ਕਿਸੇ ਨੇ ਗਲਾਸ ਟੇਢਾ ਕਰਤਾ ਹੋਵੇ। ਕੋਈ ਸਤਿਨਾਮ। ਕਹਿੰਦੇ ਬੋਲੇ ਬੋਲੇ ਤੇਰੀ ਤਾਂ ਬੜੀ ਤਾਕਤ ਆ ਬਈ, ਕਮਾਲ ਹੋ ਗਈ। ਅਮਤੋਜ ਕਹੇਜੈ, 10ਵੇਂ ਪਾਤਸ਼ਾਹ ਨੇ ਕਹਿਤਾ ਅਮਤੋਜ,
ਉਹਦੀ ਤਾਕਤ ਦਾ ਕੋਈ ਅੰਤ ਨਹੀਂ। ਧੰਨਾ ਕਹਿੰਦਾ ਬੜਾ ਤਕੜਾ ਯਾਰ, ਤੂੰ ਤਾਂ ਕਮਾਲ ਕਰਤੀ, ਗੋਹੀ ਉਲਟਾ ਤਾ, ਇਹ ਤਾਂ ਦਿਨਾਂ 'ਚ ਹੀ ਕੰਮ ਹੋ ਜਾਣਾ। ਬਸ ਫਿਰ ਕਿਸੇ ਧੰਨੇ ਨਾਲ ਦੋਸਤੀ ਪੈ ਗਈ। ਜਿਵੇਂ ਇੱਥੇ ਗੱਲ ਕਰਦੇ ਆ ਭਾਈ ਸਾਹਿਬ ਜੀ, ਚਾਹੇ ਸਹਾਇ ਕੀ ਨਾ ਧਰੈ, ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸਨ ਰੱਖੇ, ਉੱਥੇ ਦੀ ਆਸ ਰੱਖੇ। ਫਿਰ ਲੈ ਵੀ ਹੁਣ ਤੂੰ ਕਰਨਾ ਜੋ ਕਰਨਾ। ਤੇ ਇੱਕ ਦਿਨ ਉਸ ਨੂੰ ਫਿਰ ਕਹਿੰਦੇ ਆਉਣਾ ਪੈਂਦਾ। ਤੇ ਜਦੋਂ ਉਹ ਆ ਗਿਆ ਤੇ ਫਿਰ ਸਾਰੇ ਕਾਰਜ ਰਾਸ ਕਰਦਾ। ਸਲਾਹੀ ਸਲਾਹਿਓ ਤਬ ਲੋ, ਸੁਰਤ ਨਾ ਮਿਲੇ ਬ੍ਰਹਮ ਲੈ ਮੈਂ ਜਬ ਲੋ। ਕਈ ਦਿਨ ਫਿਰ ਉਹਦੇ ਨਾਲ ਕੰਮ ਕਰਾਇਆ, ਖੇਤੀਬਾੜੀ ਵਧੀਆ ਕਰਾਤੀ। ਇੱਕ ਦਿਨ ਬ੍ਰਾਹਮਣ ਦੇ ਪੰਡਤ ਦੇ ਯਾਦ ਆਇਆ ਵੀ ਧੰਨੇ ਦੇ ਠਾਕਰ ਦਾ ਪਤਾ ਨਹੀਂ ਕੀ ਬਣਿਆ। ਤੇ ਜਾਂਦੇ ਹੋਏ ਨੂੰ ਪੁੱਛ ਲਿਆ, ਧੰਨਿਆ ਉਹ ਠਾਕਰ ਨੇ ਕੁਛ ਕਰਦਾ ਕਿ ਨਹੀਂ ਕਰਦਾ? ਕੀਤਾ ਤਾਂ ਉਹਨੇ ਮਜ਼ਾਕ ਸੀਗਾ, ਪਰ ਧੰਨਾ ਸੱਚੀ ਮਿੱਚੀ ਕਹਿੰਦਾ ਲੈ ਉਹਨੇ ਤਾਂ ਮੇਰਾ ਖੇਤ ਹੀ ਵਧੀਆ ਬਣਾਤੇ ਯਾਰ, ਕਮਾਲ ਕਰਤੀ, ਧੰਨਵਾਦ ਤੇਰਾ ਬਣਤਾ, ਸੈਟਿੰਗ ਹੋ ਗਈ ਮੇਰੀ ਬਹੁਤ ਵਧੀਆ। ਕਹਿੰਦਾ ਸੱਚੀ ਗੱਲ ਕਹਿਣਾ ਕਿ ਤੂੰ ਵੀ ਮੈਨੂੰ ਅੱਗੋਂ ਮਜ਼ਾਕ ਹੀ ਕਰਦਾ? ਮੈਂ ਤਾਂ ਮਜ਼ਾਕ ਕਰਦਾ ਤੇਰੇ ਨਾਲ। ਕਹਿੰਦੇ ਨਹੀਂ ਨਹੀਂ, ਤੈਨੂੰ ਦਿਸਦਾ ਨਹੀਂ ਗਾ, ਮੇਰੇ ਨਾਲ ਤਾਂ ਜਾ ਰਿਹਾ। ਕਹਿੰਦਾ ਮੈਨੂੰ ਨਹੀਂ ਦਿਸਦਾ ਗਾ। ਕਹਿੰਦਾ ਆ ਫਿਰ ਖੇਤ ਵਿਖਾਉਣੇ ਆ, ਕੰਮ ਕਰਦਾ ਤੈਨੂੰ। ਪੰਡਤ ਖੇਤ ਚਲਿਆ ਗਿਆ। ਖੇਤ ਜਾ ਕੇ ਫਿਰ ਪੁੱਛਦਾ ਧੰਨਿਆ ਕਿੱਥੇ ਆ? ਕਹਿੰਦੇ ਉਹ ਵੀ ਉਹ ਵੱਟਾਂ ਬੰਨੀ ਜਾਂਦਾ। ਨਹੀਂ ਯਾਰ ਮੈਨੂੰ ਦਿਸਦਾ ਨਹੀਂ। ਕਹਿੰਦੇ ਮੈਨੂੰ ਵਿਖਾ। ਕਹਿੰਦੇ ਉਹ ਵੇਖੋ ਕਾਲੀ ਗਾਂ ਦੇ ਕੋਲੇ ਫਿਰਦਾ ਹੈ। ਕਹਿੰਦਾ ਮੈਨੂੰ ਨਹੀਂ ਦਿਸਦਾ ਗਾ। ਧੰਨਾ ਠਾਕਰ ਕੋਲੇ ਗਿਆ। ਕਹਿੰਦੇ ਠਾਕਰਾ ਤੂੰ ਇਹਨੂੰ ਦਰਸ਼ਨ ਕਿਉਂ ਨਹੀਂ ਦਿੰਦਾ ਗਾ? ਉਹ ਕਹਿੰਦਾ ਇਹ ਪਖੰਡੀ ਆ ਬਾਹਮਣ ਹੈ, ਤੈਨੂੰ ਉਹਨੇ ਲੁੱਟਿਆ ਹੈਗਾ, ਗਾਂ ਲੈ ਲਈ ਦੁੱਧ ਵਾਲੀ, ਤੈਨੂੰ ਪੱਥਰ ਫੜਾਤਾ ਚੱਕ ਕੇ ਉਹਨੇ। ਕਹੋ ਸਤਨਾਮ। ਕਹਿੰਦਾ ਨਹੀਂ ਯਾਰ ਜੇ ਇਹ ਨਾ ਦੱਸਦਾ ਫਿਰ ਤੂੰ ਮੈਨੂੰ ਕਿਵੇਂ ਮਿਲਦਾ? ਕਹੋ ਸਤਨਾਮ। ਚਾਹੇ ਕੁਛ ਵੀ ਹੈ, ਇਹਨੂੰ ਦਰਸ਼ਨ ਤਾਂ ਦੇਣੇ ਪੈਣਗੇ, ਹੁਣ ਮੇਰੇ ਕਰਕੇ ਦੇ ਦੇ ਚਾਹੇ। ਤੋ ਧੰਨੇ ਕਰਕੇ ਉਹ ਪੰਡਤ ਵੀ ਤਰ ਗਿਆ। ਕਈ ਚੇਲੇ ਇਹੋ ਜਿਹੇ ਹੁੰਦੇ ਆ ਗੁਰੂਆਂ ਤੋਂ ਟੱਪ ਜਾਂਦੇ ਆ, ਗੁਰੂਆਂ ਦਾ ਵੀ ਉਧਾਰ ਕਰਾ ਦਿੰਦੇ ਆ ਕਈ ਵਾਰੀ। ਜਿਵੇਂ ਮਛੰਦਰ ਨਾਥ ਗੋਰਖਨਾਥ ਦਾ ਗੁਰੂ, ਉਹ ਪੁੱਠੇ ਪਾਸੇ ਪੈ ਗਿਆ ਸੀ ਵਿਸ਼ੇ ਬਾਸ਼ਨਾ 'ਚ। ਇੱਕ ਰਾਜਾ ਮਰ ਗਿਆ, ਇਹਨੇ ਆਪ ਦਾ ਸਰੀਰ ਛੱਡਿਆ ਤੇ ਜਾ ਕੇ ਰਾਜੇ 'ਚ ਪ੍ਰਵੇਸ਼ ਕਰ ਲਿਆ। ਕਹੋ ਸਤਨਾਮ। ਤੇ ਰਾਜ ਮਹਿਲ ਬਾਰੇ ਸਾਰੇ ਬਜ਼ੁਰਗ ਕਹਿਣ ਵੀ ਰਾਜਾ ਬੇਹੋਸ਼ ਹੋਇਆ ਸੀ, ਠੀਕ ਹੋ ਗਿਆ। ਅਸਲ ਵਿੱਚ ਉੱਥੇ ਮਛੰਦਰ ਨਾਥ ਨੇ ਆਪ ਦੀ ਰੂਹ ਬਾੜ ਲਈ ਜਾ ਕੇ ਰਾਜੇ 'ਚ। ਤੇ ਗੁਰੂ ਪਿਆਰਿਓ ਫਿਰ ਗੋਰਖ ਨੂੰ ਪਤਾ ਲੱਗਿਆ ਤੇ ਫਿਰ ਮਛੰਦਰ ਨਾਥ ਨੂੰ ਉੱਥੋਂ ਕੱਢ ਕੇ ਲਿਆਇਆ ਕੋਈ ਜੁਗਤ ਬਣਾ ਕੇ। ਉਹਨੇ ਰਾਜਾ ਬਣਦਿਆਂ ਹੀ ਰਾਜ ਗੱਦੀ 'ਤੇ ਬਹਿੰਦਿਆਂ ਹੀ ਹੁਕਮ ਦੇਤਾ ਆਪਣੇ ਵਜ਼ੀਰਾਂ ਨੂੰ ਬਈ ਆਪਣੇ ਰਾਜ ਵਿੱਚ ਕੰਨ ਪਾਟੇ ਨਹੀਂ ਆਉਣੇ ਚਾਹੀਦੇ, ਵੀ ਜੇ ਜੋਗੀ ਆ ਗਏ ਤਾਂ ਮੈਨੂੰ ਪਛਾਣ ਲੈਣਗੇ। ਕਹੋ ਸਤਨਾਮ। ਵਜ਼ੀਰਾਂ ਨੇ ਹੁਕਮ ਦਿੱਤਾ ਵੀ ਕੰਨ ਪਾਟੇ ਨਾ ਸਾਡੇ ਰਾਜ 'ਚ ਨਾ ਬਣਨ, ਅਲੌਸਮੈਂਟ ਕਰਾਤੀ। ਹੁਣ ਜੋਗੀਆਂ ਨੇ ਸੋਚਿਆ ਵੀ ਹੁਣ ਤਾਂ ਆਪਾਂ ਜਾ ਹੀ ਨਹੀਂ ਸਕਦੇ। ਮਛੰਦਰ ਨਾਥ ਨੇ ਜਾਣਬੁੱਝ ਕੇ ਖੇਡ ਖੇਡੀ ਆ। ਗੋਰਖਨਾਥ ਨੇ ਫਿਰ ਗੁਰੂ ਪਿਆਰਿਓ ਭੇਸ ਬਦਲਿਆ ਇਸਤਰੀਆਂ ਦਾ, ਔਰ ਟੋਲਾ ਬਣਾ ਲਿਆ ਨੱਚਣ ਵਾਲਿਆਂ ਦਾ, ਜਿਵੇਂ ਖੁਸਰੇ ਨੱਚਣ ਜਾਂਦੇ ਆ ਇਸ ਤਰ੍ਹਾਂ ਨੱਚਣ ਵਾਲਾ ਟੋਲਾ ਬਣਾ ਕੇ ਕਹਿੰਦੇ ਅਸੀਂ ਰਾਜਾ ਸਾਹਿਬ ਨੂੰ ਖੁਸ਼ ਕਰਨ ਵਾਸਤੇ ਆਇਆ, ਨਾਚ ਦਿਖਾ ਕੇ ਕੋਈ ਦਾਨ ਦਕਸ਼ਨਾ ਵੀ ਲਵਾਂਗੇ, ਦਿਖਾਈਏ। ਉਹ ਮਛੰਦਰ ਨਾਥ ਇਹਨਾਂ ਚੀਜ਼ਾਂ ਦਾ ਸ਼ੌਂਕੀ ਸੀ। ਕਹੋ ਸਤਨਾਮ। ਕਹਿੰਦੇ ਵੀ ਚਲੋ ਠੀਕ ਹੈ। ਰਾਜੇ ਨੇ ਸੱਦ ਲਏ, ਆ ਜਾਓ। ਅਖਾੜਾ ਲਾ ਲਿਆ, ਨੱਚਣ ਲੱਗ ਪਏ। ਤੇ ਗੋਰਖਨਾਥ ਜਦੋਂ ਗਾਉਂਦਾ ਤੇ ਗਾਉਂਦਾ ਗਾਉਂਦਾ ਅਖੀਰ ਤੇ ਕਹਿ ਦਿੰਦਾ ਉੱਠ ਜਾਗ ਮਛੰਦਰਾ ਗੋਰਖਨਾਥ ਆਏ ਆ। ਜਦੋਂ 5-7 ਵਾਰੀ ਉਹਨੇ ਕਵਿਤਾ 'ਚ ਕਿਹਾ ਨਾ ਉੱਠ ਜਾਗ ਮਛੰਦਰਾ ਗੋਰਖਨਾਥ ਆਏ ਆ, ਇਹਦੇ ਕੰਨ ਉੱਠੇ। ਕਹਿੰਦੇ ਕਿਤੇ ਗੋਰਖਨਾਥ ਤਾਂ ਨਹੀਂ ਆ ਗਿਆ ਮੇਰੇ ਕੋਲੇ ਭੇਸ ਬਦਲ ਕੇ, ਮੇਰੇ ਮਛੰਦਰ ਨਾਮ ਤਾਂ ਕੋਈ ਜਾਣਦਾ ਹੀ ਨਹੀਂ ਗਾ, ਮੈਂ ਵਾਕਿਆ ਮਛੰਦਰ ਬੈਠਾ ਰਾਜੇ 'ਚ ਵੜ ਕੇ। ਤੇ ਅਖੀਰ ਮਛੰਦਰ ਨੇ ਸੱਦ ਲਿਆ, ਕਹਿੰਦੇ ਗੋਰਖਾ ਗੱਲ ਸੁਣ। ਉਹ ਵੀ ਪ੍ਰਤੱਖ ਹੋ ਗਿਆ, ਕਹਿੰਦਾ ਤੂੰ ਕਿਵੇਂ ਮੈਂ ਲੱਭ ਲਿਆ? ਕਹਿੰਦੇ ਬਸ ਮੈਂ ਤੈਨੂੰ ਲੱਭ ਲਿਆ, ਪਰ ਤੂੰ ਗਲਤ ਫਸ ਗਿਆ। ਤੂੰ ਮੇਰਾ ਉਸਤਾਦ ਹੋ ਕੇ ਗੁਰੂ ਹੋ ਕੇ ਕਿਹੜੇ ਚੱਕਰ 'ਚ ਪੈ ਗਿਆ? ਚੱਲ ਨਿਕਲੇ, ਛੱਡ ਸਰੀਰ ਨੂੰ। ਤੇ ਮਛੰਦਰ ਨਾਥ ਸਰੀਰ ਨੂੰ ਛੱਡ ਕੇ ਨਿਕਲ ਗਿਆ। ਉਹ ਰਾਜਾ ਫਿਰ ਮਰ ਗਿਆ। ਕਹੋ ਸਤਨਾਮ। ਆਪ ਦਾ ਸਰੀਰ ਕਿਤੇ ਪਹਾੜਾਂ 'ਤੇ ਛੱਡਿਆ। ਇਹਨਾਂ ਕੋਲ ਜੁਗਤੀਆਂ ਸੀਗੀਆਂ, ਰਿੱਧੀਆਂ ਸਿੱਧੀਆਂ ਤਾਕਤਾਂ। ਤੂੰ ਇਸ ਤਰ੍ਹਾਂ ਗੁਰੂ ਪਿਆਰਿਓ ਕਈ ਵਾਰੀ ਚੇਲੇ ਵੀ ਗੁਰੂਆਂ ਨੂੰ ਪਾਰ ਕਰਾ ਦਿੰਦੇ ਆ ਜਿਹੜੇ ਫਸ ਜਾਣ। ਇਸ ਤਰ੍ਹਾਂ ਧੰਨੇ ਨੇ ਪੰਡਤ ਨੂੰ ਪਾਰ ਕਰਤਾ। ਤਾਂ ਧੰਨੇ ਦੇ ਰਾਹੀਂ ਫਿਰ ਪਰਮੇਸ਼ਰ ਜੋ ਮਿਲਿਆ ਧੰਨੇ ਨੂੰ, ਤਾਂ ਉਹ ਜਿਹੜੀ ਪਾਵਰ ਮਿਲੀ ਉਹ ਆਤਮਾ ਪਰਮਾਤਮਾ ਇੱਕਮਿਕ ਹੋਣ ਤੋਂ ਬਾਅਦ ਹੀ ਮਿਲਦੀ ਹੈ। ਜਦੋਂ ਇੱਕਮਿਕ ਹੋ ਗਿਆ ਫਿਰ ਉਹ ਆਤਰਥੀ ਜਿਵੇਂ ਕਿਸੇ ਦੀਆਂ ਬਹੁਤ ਗੱਡੀਆਂ ਚੱਲਦੀਆਂ ਹੋਣ, ਇਸੇ ਤਰ੍ਹਾਂ ਸਾਡੇ ਸਰੀਰ ਹੈ ਜਿਹੜੇ ਇਹ ਰੱਥ ਹੈ, ਇਹਨਾਂ ਰੱਥਾਂ ਦਾ ਉਹ ਮਾਲਕ ਹੈ ਮਹਾਰਥੀ ਆਤਰਥੀ। ਫਿਰ ਉਹ ਮਦਦ ਕਰਦਾ ਸਿੱਖ ਦੀ ਜੀਵ ਦੀ, ਜਦੋਂ ਉਸ 'ਤੇ ਡਿਪੈਂਡ ਹੋ ਜਾਂਦਾ ਕਿ ਹੁਣ ਮੇਰਾ ਤੇਰੇ ਬਿਨਾ ਕੋਈ ਨਹੀਂ ਗਾ ਬਸ। ਇਸ ਕਰਕੇ ਚਾਹ ਸਹਾਇ ਕੀ ਨਹਿ ਧਰੈ,
ਫਿਰ ਦੁਨੀਆ ਦੀ ਸਹਾਇਤਾ ਦੀ ਮਦਦ ਦੀ ਚਾਹ ਇੱਛਾ ਨਾ ਰੱਖੇ। ਜੁਤ ਅਗਿਆਨ ਵਿਕਾਰ ਨ ਹਰੈ, ਵਿਕਾਰਾਂ ਦੇ ਸਹਿਤ ਅਗਿਆਨਤਾ ਨੂੰ ਵੀ ਛੱਡ ਦੇਵੇ। ਸਲਾਹੀ ਸਲਾਹੋ ਤਬ ਲੋ, ਜਿੰਨਾ ਚਿਰ ਉਹ ਮਿਲ ਨਾ ਜਾਵੇ ਫਿਰ ਸਲਾਉਂਦੇ ਰਹੋ ਫਰੀਦਾ। ਇੰਨੀ ਨਿੱਕੀ ਜੰਗੀਆਂ ਠੱਗ ਥਲ ਡੂੰਗਰ ਭਵੇਂ ਓਮ, ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਮ। ਇੰਨਾ ਬੁਢਾਪਾ ਆ ਗਿਆ ਪਰ ਆਖਰੀ ਸਵਾਸ ਤੱਕ ਵੀ ਇੱਛਾ ਰੱਖਦੇ ਐ ਕਿ ਮੈਂ ਪਰਮੇਸ਼ਰ ਨੂੰ ਮਿਲਣਾ। ਕਾਗੋ ਮੇਰੀਆਂ ਅੱਖਾਂ ਨਾ ਖਾ ਜਿਓ, ਮੇਰੀਆਂ ਅੱਖਾਂ ਛੱਡ ਦਿਓ। ਕਾਗਾ ਰੰਗ ਢੰਡੋਲਿਆ ਸਗਲਾ ਖਾਇਆ ਮਾਸ, ਦੋ ਨੈਣਾ ਮੱਥ ਛੋਹਿਓ ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ, ਵਸੇ ਤਾਂ ਉੱਡਰ ਜਾਹੇ, ਜਿਤ ਪਿੰਜਰੇ ਮੇਰੇ ਸੌ ਵਸੈ ਮਾਸ ਨਾ ਤਿੱਦੂ ਖਾਹੇ। ਤੂੰ ਇਸ ਕਰਕੇ ਉਹਦੀ ਸਿਫਤ ਕਰਦੇ ਰਹੋ, ਜ਼ਰੂਰ ਮਿਲਦਾ ਹੈ। ਜਿਮਨਦ ਬਾ ਸਮੁੰਦਰ ਮੇ ਮਿਲੇ, ਏਕ ਰੂਪ ਨੈ ਹੋਵਤ ਭਲੇ। ਜਿਵੇਂ ਨਦੀਆਂ ਦਾ ਵਹਾਅ ਸਮੁੰਦਰ ਵਿੱਚ ਮਿਲ ਜਾਂਦਾ ਹੈ ਪਰ ਓਨਾ ਚਿਰ ਉਹ ਇੱਕ ਰੂਪ ਨਹੀਂ ਹੁੰਦਾ। ਕਬਲੋ ਸਤਨਾਮ ਕੋ ਸਿਮਰਨਾ, ਰਹੋ ਸਲਾਹਤ ਪ੍ਰਭ ਕੋ ਨਿਸ ਦਿਨ। ਮਿਲਣ ਤੋਂ ਪਹਿਲਾਂ ਉਹ ਇੱਕ ਰੂਪ ਨਹੀਂ ਹੁੰਦੇ। ਜਦੋਂ ਨਦੀਆਂ ਵਿੱਚ ਵੜ ਗਈਆਂ ਸਮੁੰਦਰ ਦੇ, ਫਿਰ ਸਮੁੰਦਰ ਬਣ ਗਈਆਂ। ਇਸੇ ਤਰ੍ਹਾਂ ਹੀ ਜਿੰਨਾ ਚਿਰ ਅਸੀਂ ਪਰਮੇਸ਼ਰ ਵਿੱਚ ਮਿਲ ਨਹੀਂ ਜਾਂਦੇ ਉਹਨਾਂ ਚਿਰ ਸਿਫਤ ਸਲਾਹ ਨਹੀਂ ਛੱਡਣੀ। ਜਿਵੇਂ ਪੁਰਾਣੇ ਗੁਰਮੁਖਾਂ ਨੇ ਭਾਵੇਂ ਬ੍ਰਹਮ ਗਿਆਨ ਤੱਕ ਪ੍ਰਾਪਤ ਹੋ ਗਿਆ, ਉਹਨਾਂ ਨੂੰ ਆਪਣਾ ਨਿਤਨੇਮ ਸਿਮਰਨ ਭਜਨ ਬੰਦਗੀ ਬੰਦ ਨਹੀਂ ਕੀਤੀ ਸੀ। ਸਤਿਗੁਰ ਕੋ ਮਤ ਪਹਿਚਾਨਾ, ਸੁਖ ਮਤਿ ਨਿਸ਼ਚੈ ਠਾਨਾ। ਤੋ ਸਿੱਖੋ ਇਹ ਹੈ ਸਾਡੀ ਗੁਰਮਤ, ਸਤਿਗੁਰੂ ਦੀ ਮਤ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸਾ ਜੀ ਇਹ ਹੈ ਗੁਰੂ ਦੀ ਮਤ, ਇਹਨੂੰ ਗ੍ਰਹਿਣ ਕਰੋ, ਇਹ ਸੁਖ ਮਤ ਹੈ। ਏਕ ਰੂਪ ਹੋਵਨ ਲਗਨੀ ਕੇ, ਸਤਨਾਮ ਸਿਮਰੇ ਵਿੱਚ ਜੀ ਕੇ। ਆਖਰੀ ਸਵਾਸਾਂ ਤੱਕ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਿੰਨਾ ਚਿਰ ਉਹਦੇ ਨਾਲ ਮਿਲ ਨਹੀਂ ਜਾਂਦੇ ਸਤਨਾਮ ਦਾ ਜਾਪ ਛੱਡਣਾ ਨਹੀਂ, ਪਰਮੇਸ਼ਰ ਦਾ ਸਿਮਰਨ ਬੰਦ ਨਹੀਂ ਕਰਨਾ ਜੀ। ਕਬ ਕੀ ਭਗਤ ਨਹੀਂ ਕਬ ਤਿਆਗੈ, ਸਖਿਆਤ ਲਗ ਉਰ ਅਨਰਾਗੈ। ਪ੍ਰਭੂ ਦੀ ਭਗਤੀ ਕਦੇ ਵੀ ਨਾ ਛੱਡਿਓ, ਸਖਿਆਤ ਪ੍ਰਗਟ ਹੋਣ ਤੱਕ ਦਿਲ ਵਿੱਚ ਪ੍ਰੇਮ ਬਣਿਆ ਰਵੇ, ਖਿੱਚ ਬਣੀ ਰਵੇ। ਭਗਤਾਂ ਨੂੰ ਵੇਖ ਕੇ ਹੀ ਭਗਤ ਧੰਨਾ ਜੀ ਇੱਧਰ ਭਗਤੀ ਵਿੱਚ ਪਏ ਪੰਜਵੇਂ ਪਾਤਸ਼ਾਹ ਇਹ ਵੀ ਲਿਖਦੇ ਆ। ਤੇ ਭਾਈ ਗੁਰਦਾਸ ਜੀ ਇਹ ਕਹਾਣੀ ਜੋ ਆਪਾਂ ਸਰਵਣ ਕੀਤੀ ਪੰਡਤ ਵਾਲੀ ਇਹ ਵੀ ਲਿਖਦੇ ਆ। ਦੋਨੇ ਕਹਾਣੀਆਂ ਭਗਤ ਜੀ ਨੇ ਦੂਸਰੇ ਭਗਤਾਂ ਨੂੰ ਵੀ ਦੇਖਿਆ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤਹ ਗੁਸਾਈਆਂ ਧੰਨਾ ਵਡ ਭਾਗਾ। ਯਾਰ ਸੈਣ ਨਾਈ ਨੂੰ ਮਿਲ ਗਿਆ, ਕਬੀਰ ਸਾਹਿਬ ਨੂੰ ਮਿਲ ਗਿਆ, ਰਵਿਦਾਸ ਜੀ ਨੂੰ ਮਿਲ ਗਿਆ, ਨਾਮਦੇਵ ਸ਼ੀਂਬੇ ਨੂੰ ਮਿਲ ਗਿਆ। ਧੰਨਿਆ ਤੇਰੇ 'ਚ ਕਿਹੜੀ ਘਾਟ ਆ, ਤੈਨੂੰ ਵੀ ਮਿਲੂਗਾ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤਹ ਗੁਸਾਈਆਂ ਧੰਨਾ ਵਡ ਭਾਗਾ। ਇੰਨਾ ਦ੍ਰਿੜ ਭਰੋਸਾ ਹੋ ਗਿਆ ਤੇ ਵਾਕਿਆ ਹੀ ਨਾਮਦੇਵ ਦੀ ਬਣਾਈ ਛੱਪਰੀ ਤੇ ਧੰਨੇ ਦੀਆਂ ਗਊਆਂ ਚਾਰੀਆਂ ਵਾਲੀ ਇਹ ਕਹਾਣੀ ਵੀ ਫਿਰ ਗਾਉਣ ਵਾਲਿਆਂ ਨੇ ਗਾਤੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ, ਜਿੰਨਾ ਚਿਰ ਇੱਕ ਮਿਕ ਨਾ ਹੋ ਜਾਈਏ ਉਸ ਨੂੰ ਯਾਦ ਕਰਦੇ ਰਹੀਏ। ਸਲਾਹੀ ਸਲਾਹ ਮਜਾਰ, ਇਹ ਆਸੇ ਗੁਰ ਕੀਨ ਉਚਾਰ। ਇਸੇ ਕਰਕੇ ਸਲਾਹੀ ਸਲਾਹੇ ਜਪਜੀ ਸਾਹਿਬ ਦੇ ਵਿੱਚ ਇਸੇ ਆਸ਼ੇ ਨੂੰ ਲੈ ਕੇ ਜਪਜੀ ਸਾਹਿਬ 'ਚ ਬਾਬੇ ਨਾਨਕ ਲਿਖਿਆ ਸਲਾਹੀ ਸਲਾਹੇ ਏਤੀ, ਇੰਨਾ ਸਲਾਹੋ, ਇੰਨੀ ਸਿਫਤ ਸਲਾਹ ਉਹਦੀ ਕਰੋ ਕਿ ਤੁਸੀਂ ਉਹਦੇ ਵਿੱਚ ਇੱਕ ਮਿਕ ਹੋ ਜਾਓ। ਸਖਿਆਤ ਪਰ ਤੁਕ ਜੈ ਬਨੀ, ਤਾਂ ਭਗਤ ਸ਼੍ਰੀ ਨਾਨਕ ਬਨੀ। ਤਾਂ ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਇੰਨੇ ਲੋਕ ਉਹਦੀ ਸਿਫਤ ਸਲਾਹ ਕਰ ਰਹੇ ਨੇ ਜਿਵੇਂ ਇਹ ਨਹੀਂ ਪਤਾ ਸਮੁੰਦਰ ਵਿੱਚ ਕਿੰਨੀਆਂ ਨਦੀਆਂ ਮਿਲ ਰਹੀਆਂ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਸਿਫਤ ਸਲਾਹ ਕਰਨ ਵਾਲੇ ਬਹੁਤ ਹੈ। ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ, ਆਪਦੇ ਵਿੱਚ ਗਿਰਹਾ ਹੁੰਦਾ ਅੰਦਰ, ਆਪਦੇ ਪਤਾ ਨਹੀਂ ਕਿੰਨਾ ਕੁਝ ਲੈ ਕੇ ਬੈਠਾ, ਐਸਾ ਪਰਮੇਸ਼ਰ ਹੈ। ਗਿਰਹਾ ਸੇਤੀ ਮਾਲ ਧਨ, ਤੇ ਜੇ ਕੋਈ ਉਸ ਨੂੰ ਨਿਮਾਣਾ ਜਾਂ ਬੰਦਾ ਵੀ ਜਪ ਲਵੇ ਨਾ ਤੇ ਫਿਰ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵੀਸਰੈ। ਜੇ ਕੋਈ ਉਹਨੂੰ ਨਾ ਵਿਸਾਰੇ, ਨਿਮਾਣਾ ਬੰਦਾ ਹੋ ਕੇ ਨਿਮਰਤਾ ਸਹਿਤ ਉਹਨੂੰ ਜਪਦਾ ਰਵੇ ਤੇ ਉਹਦੇ ਤੁਲ ਕੋਈ ਨਹੀਂ ਹੋ ਸਕਦਾ। ਮੰਨੈ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ।
ਇਸ ਕਰਕੇ ਉਹਨੂੰ ਹਮੇਸ਼ਾ ਸਲਾਹਿਆ ਕਰੋ। ਇਹ ਤੁਕ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸੇ ਆਸ਼ੇ ਨਾਲ ਲਿਖੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਜਦੋਂ ਸਾਖਿਅਤ ਹੋ ਗਿਆ, ਉਸ ਦੇ ਦਰਸ਼ਨ ਹੋ ਗਏ, ਉਹਦੀ ਫੀਲਿੰਗ ਹੋ ਗਈ, ਉਹ ਅਨੁਭਵ ਹੋ ਗਿਆ, ਫਿਰ ਮਨੁੱਖ ਦੇ ਅੰਦਰ ਇੱਕ ਚੀਜ਼ ਆ ਜਾਊਗੀ, ਭਾਣਾ ਆ ਜਾਊਗਾ। ਕੀ ਭਲਾ? ਤੇਰਾ ਭਾਣਾ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕਿਹੜਾ ਭਾਣਾ ਆ ਜਾਊਗਾ? ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਲਾਂਭੇ ਦੇਣੋਂ ਹਟ ਜੂਗਾ ਰੱਬ ਨੂੰ। ਹੁਣ ਤਾਂ ਅਸੀਂ ਲਾਂਭਾ ਦਿੰਦੇ ਆ ਨਾ, ਯਾਰ ਆਹ ਚੀਜ਼ ਤਾਂ ਦਿੱਤੀ ਨਹੀਂ, ਹੋਰ ਕਿੰਨੀਆਂ ਵਸਤੀਆਂ ਇੱਕ ਪਿੱਛੇ ਲਾਂਭੇ ਦੇਈ ਜਾਂਦਾ। 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। ਜੇ ਭਲਿਆ ਇੱਕ ਵੀ ਨਾ ਦੇ 10 ਵੀ ਹਿਰਲੇ, ਤੋ ਮੂੜਾ ਕਹੋ ਕਾਹ ਕਰੇ। ਜੇ ਉਹ ਇੱਕ ਵੀ ਨਾ ਦੇਵੇ ਤੇ ਜਿਹੜੀਆਂ ਦਿੱਤੀਆਂ 10 ਉਹ ਵੀ ਖੋਹ ਲਵੇ, ਫਿਰ ਤੂੰ ਕੀ ਕਰ ਲੇਗਾ ਉਹਦਾ? ਇਸ ਕਰਕੇ ਫਿਰ ਅਲਾਂਭੇ ਦੇਣੇ ਬੰਦ ਕਰ ਦੂਗਾ। ਜਿੱਦੇ ਫੀਲਿੰਗ ਹੋ ਗਈ, ਜਿੱਦੇ ਅਨੁਭਵ ਹੋਵੇ ਆ, ਜਿੱਦੇ ਪਤਾ ਲੱਗ ਗਿਆ ਕਿ ਆਹ ਪਰਮੇਸ਼ਰ ਹੈ, ਫਿਰ ਪਤਾ ਲੱਗੂਗਾ। ਪਾਤਸ਼ਾਹ ਕਹਿੰਦੇ ਫਿਰ ਕਹੇਗਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸ਼ਰਬਨ ਮਰਨ ਦੇ ਆਸਨ ਪਾਛੇ, ਪ੍ਰਭ ਭਾਣਾ ਪੁਨ ਮਾਨੇ ਆਛੇ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦੇ ਭਾਣੇ ਨੂੰ ਫਿਰ ਸਰਵਣ ਕਰਕੇ, ਮੰਨਣ ਕਰਕੇ, ਨਿਧਿ ਆਸਨ ਕਰਕੇ ਉਹਦੇ ਭਾਣੇ ਵਿੱਚ ਆ ਜਾਂਦਾ। ਫਿਰ ਇਹ ਜੀਵ ਪਰਮੇਸ਼ਰ ਦੇ ਭਾਣੇ ਵਿੱਚ ਆ ਜਾਂਦਾ, ਉਹਦੇ ਭਾਣੇ ਨੂੰ ਚੰਗੀ ਤਰ੍ਹਾਂ ਮੰਨ ਲੈਂਦਾ ਜੀ। ਸਕਿਆਤ ਕੀ ਤੁਕ ਕੇ ਨੇਰੇ, ਚਾਹੀ ਥਾਨ ਕਹੀ ਚੋਬੇਰੇ। ਇਹ ਸਾਖਿਆਤ ਦੀ ਜਿਹੜੀ ਤੁਕ ਹੈ, ਜਿਹੜਾ ਸਾਖਿਆਤ ਦੇ ਬਾਰੇ ਪਾਤਸ਼ਾਹ ਲਿਖਿਆ, 4 ਵਾਰੀ ਇਹ ਗੱਲ ਲਿਖੀ ਹੈ। ਜਿਵੇਂ ਅਸੰਖ ਦੀਆਂ ਪੌੜੀਆਂ ਹਨ, ਉਹਨਾਂ ਦੇ ਵਿੱਚ ਅਖੀਰ 'ਤੇ ਲਿਖਿਆ। ਤਾਂ ਇਸ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ, ਉਹਦੇ ਬਾਰੇ ਇਹ ਸਾਖਿਆਤ ਹੋਣ ਵਾਲਿਆਂ ਦੀ ਗੱਲ ਹੀ ਲਿਖਣੀ ਕੀਤੇ ਹੈ। ਰਤ ਮੇ ਮਹਾਵਾਕ ਜਿਮ ਚਾਰ, ਤਿਮ ਜਪ ਜੀ ਮੇ ਚਾਰ ਉਚਾਰ। ਸੁਣ ਵਿੱਚ ਜਿਵੇਂ 4 ਮਹਾਵਾਕ ਹਨ, ਇਸੇ ਤਰ੍ਹਾਂ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਵਿੱਚ ਵੀ 4 ਵਾਰੀ ਇਹ ਗੱਲ ਉਚਾਰਨ ਕੀਤੀ ਹੈ, ਵਾਰ-ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਅਸੰਖ ਦੀਆਂ ਪੌੜੀਆਂ ਵਿੱਚ ਲਿਖਣਾ ਕੀਤਾ ਹੈ। ਮਿਲਿਓ ਭਗਤ ਸੋ ਗਿਆਨ ਬਖਾਨਾ, ਕਲ ਮੈਂ ਕੇਵਲ ਨੈ ਸ਼ੁਭ ਜਾਨਾ। ਔਰ ਭਾਈ ਸਾਹਿਬ ਜੀ ਲਿਖਣਾ ਕਰਦੇ ਹਨ, ਦੱਸਣਾ ਕਰਦੇ ਹਨ ਕਿ ਜਦੋਂ ਭਗਤੀ ਦੇ ਨਾਲ ਮਿਲਿਆ ਗਿਆਨ ਬਿਆਨ ਕੀਤਾ ਹੈ, ਭਾਵ ਗਿਆਨ ਜਿਹੜਾ ਭਗਤੀ ਤੋਂ ਬਾਅਦ ਹੀ ਪ੍ਰਗਟ ਹੁੰਦਾ। ਸਾਡੀਆਂ ਦਿਮਾਗ ਦੀਆਂ ਸੂਖਮ ਨਾੜੀਆਂ ਜਿਹੜੀਆਂ ਹਨ, ਉਹ ਸਿਮਰਨ ਦੇ ਨਾਲ ਹੀ ਕੰਮ ਕਰਨਾ ਸ਼ੁਰੂ ਕਰਦੀਆਂ, ਸਿਮਰਨ ਦੇ ਨਾਲ ਹੀ ਖੁੱਲ੍ਹਦੀਆਂ ਹਨ। ਇਸ ਤਰ੍ਹਾਂ ਜਦੋਂ ਸਾਡਾ ਭਗਤੀ ਨਾਲ ਮਿਲਿਆ ਹੋਇਆ ਗਿਆਨ ਬਿਆਨ ਕੀਤਾ ਜਾਂਦਾ, ਜਿਵੇਂ ਗੁਰਬਾਣੀ ਜਿਹੜੀ ਹੈ ਇਹ ਗਿਆਨ ਹੈ, ਪ੍ਰਗਟ ਕਿਵੇਂ ਹੋਇਆ? ਸਿਮਰਨ ਕਰਕੇ। ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਹੈ ਨਾ, ਉਹਨਾਂ ਨੇ ਪਰਮੇਸ਼ਰ ਨਾਲ ਜੁੜਨਾ ਕੀਤਾ ਸੀ, ਤਾਂ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਆ। ਜਦੋਂ ਬਿਆਨ ਕੀਤਾ, ਸ਼ੁਭ ਗਤ ਤੋ ਕੋਈ ਨਰ ਪਾਵੈ, ਸੁਨ ਬ੍ਰਹਮ ਗਿਆਨ ਬਿਗੜ ਬਹੁ ਜਾਵੈ। ਕਲਯੁਗ ਦੇ ਵਿੱਚ ਕੇਵਲ ਗਿਆਨ ਹੀ ਸ਼ੁਭ ਨਹੀਂ ਜਾਣਿਆ ਗਿਆ ਇਕੱਲਾ, ਭਾਵ ਗਿਆਨ ਤਾਂ ਜਿਵੇਂ ਪਿੱਛੇ ਪੜ੍ਹਿਆ ਸੀਗਾ ਕਿ ਜੇ ਕੋਈ ਗ੍ਰੰਥਾਂ ਨੂੰ ਪੜ੍ਹ ਕੇ ਕਹੇ ਕਿ ਮੈਂ ਬ੍ਰਾਹਮਣ ਬਣ ਗਿਆ ਜਾਂ ਮੈਂ ਗਿਆਨੀ ਬਣ ਗਿਆ, ਉਹ ਓਨਾ ਚਿਰ ਮੁਕਤੀ ਨਹੀਂ ਪਾ ਸਕਦਾ ਜਿੰਨਾ ਚਿਰ ਉਹ ਨਾਲ ਭਗਤੀ ਨਹੀਂ ਕਰਦਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੀਵਨੀ ਪੜ੍ਹੀਏ ਨਾ, ਤਾਂ ਉਹ ਸਰਬ ਕਲਾ ਸਮਰੱਥ ਭੱਟਾਂ ਨੇ ਉਹਨਾਂ ਨੂੰ ਲਿਖਿਆ ਖੁਦ ਪਰਮੇਸ਼ਰ। ਪਰ ਜੇ ਉਹਨਾਂ ਦੀ ਜੀਵਨੀ ਵੇਖੀਏ ਨਾ, ਤੇ ਉਹ ਗੁਰੂ ਪਿਆਰਿਓ ਸੰਗਤਾਂ ਨੂੰ ਪਤਾ ਨਾ ਲੱਗੇ, ਭੇਸ ਬਦਲ ਕੇ ਜੋੜਿਆਂ ਵਿੱਚ ਆ ਬਹਿੰਦੇ ਤੇ ਸੰਗਤਾਂ ਦੇ ਜੋੜੇ ਸਾਫ਼ ਕਰੀ ਜਾਂਦੇ। ਕੋਈ ਸਤਿਨਾਮ। ਇਹਦੇ ਨਾਲ ਕੀ ਸੀਗਾ? ਇਹ ਵੀ ਇੱਕ ਭਗਤੀ ਆ, ਮਨ ਨੂੰ ਨੀਵਾਂ ਕਰਨ ਦੇ ਢੰਗ ਹੈ। ਜੇ ਜੋੜੇ ਸਾਫ਼ ਕਰਨ ਦੀ ਸੇਵਾ ਕਰਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਸਾਡਾ ਮਨ ਇੰਨਾ ਨੀਵਾਂ ਆ ਜੇ, ਨਿਮਰਤਾ ਵਿੱਚ ਆ ਜਾਵੇ। ਜੋੜਿਆਂ ਦੀ ਸੇਵਾ ਕਰਦੇ ਹਾਂ, ਭਾਂਡਿਆਂ ਦੀ ਸੇਵਾ ਕਰਦੇ ਹਾਂ, ਝਾੜੂ ਦੀ ਸੇਵਾ ਕਰਦੇ ਹਾਂ, ਇਹ ਸਾਰੀਆਂ ਸੇਵਾਵਾਂ ਮਨ ਨੂੰ ਵਸ ਕਰਨ ਵਾਸਤੇ ਹੀ ਆ। ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਭੇਸ ਬਦਲ ਕੇ ਕਈ ਵਾਰੀ ਜੋੜਿਆਂ ਵਿੱਚ ਆ ਕੇ ਸੇਵਾ ਕਰਨ ਦੇ, ਕਿਸੇ ਨੇ ਪੁੱਛਣਾ ਸਿਆਣ ਕੇ, ਬਾਬਾ ਬੁੱਢਾ ਜੀ ਵਰਗਿਆਂ ਨੂੰ ਪਤਾ ਲੱਗ ਜਾਣਾ, ਮਹਾਰਾਜ ਤੁਸੀਂ ਇੱਥੇ ਕਰਦੇ ਹੋ। ਉਹ ਮੈਂ ਤਾਂ ਇੱਥੇ ਗੁਰੂ ਨਾਨਕ ਦੇ ਜੋਤਾ ਵੇਖਦਾ ਸੀ ਕਿੱਥੇ ਪਿਆ ਹੈਗਾ,
ਪਤਾ ਨਹੀਂ ਕਿਤੇ ਲਾ ਹੀ ਜਾਣ। ਕਹੋ ਸਤਿਨਾਮ। ਮੈਂ ਗੁਰੂ ਨਾਨਕ ਦੇ ਜੋੜੇ ਲੱਭਦਾ ਸੀਗਾ। ਭਾਵ ਸੰਗਤ ਨੂੰ ਗੁਰੂ ਨਾਨਕ ਦਾ ਰੂਪ ਹੀ ਜਾਣਦੇ ਆ। ਬੇਅੰਤ ਇਹੋ ਜਿਹੀਆਂ ਸਾਖੀਆਂ ਉਹਨਾਂ ਦੇ ਜੀਵਨ ਦੀਆਂ। ਜਿਵੇਂ ਇੱਕ ਵਾਰੀ ਉਹਨਾਂ ਨੇ ਇੱਕ ਬਜ਼ੁਰਗ ਦੀ ਗਠੜੀ ਚੱਕ ਕੇ ਲਿਆਂਦੀ, ਉਹ ਸੰਗਤ ਤੋਂ ਪਿੱਛੇ ਰਹਿ ਗਿਆ, ਤੁਰ ਕੇ ਆ ਰਿਹਾ ਸੀ, ਉਹਦੀ ਗਠੜੀ ਚੱਕ ਲਿਆਂਦੀ ਅਤੇ ਉਹ ਬਜ਼ੁਰਗ ਦੇ ਨਾਲ ਨਾਲ ਤੁਰੇ ਆਏ, ਗੱਲਾਂ ਬਾਤਾਂ ਕਰਦੇ। ਪਰਿਕਰਮਾ ਵਿੱਚ ਗਠੜੀ ਲਿਆ ਕੇ ਰੱਖਤੀ। ਬਜ਼ੁਰਗ ਕਹਿਣ ਲੱਗਿਆ, ਪੁੱਤਰ ਹੁਣ ਕਿੱਥੇ ਚੱਲੇ ਆ ਤੂੰ? ਇਹ ਜਵਾਨੀ ਵੀ ਸਨ, ਉਹ ਬਜ਼ੁਰਗ ਵੱਡੀ ਉਮਰ ਦਾ ਸੀ। ਕਹਿੰਦੇ ਪੁੱਤਰ ਕਿੱਥੇ ਚੱਲੇ ਆ? ਉਹ ਕਹਿੰਦਾ ਬਾਪੂ ਮੈਨੂੰ ਹੋਰ ਵੀ ਕਈ ਕੰਮ ਹੈ, ਤੂੰ ਆਪਣੀ ਗਠੜੀ ਸੰਭਾਲ ਤੇ ਫਿਰ ਮਿਲਾਂਗੇ। ਕਹਿੰਦੇ ਨਹੀਂ ਨਹੀਂ, ਆਪਾਂ ਇਕੱਠੇ ਚੱਲਦੇ ਹਾਂ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ। ਤਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕੋਈ ਨਹੀਂ ਬਾਪੂ, ਹੁਣ ਤਾਂ ਮੈਨੂੰ ਕੰਮ ਹੈ, ਚੰਗਾ ਫਿਰ ਤੜਕੇ ਜਲਦੀ ਮੁੜਿਆ ਹੀ, ਕਿੱਥੇ ਵੀ ਜਾਵੇਂ ਆਪਾਂ ਦੋਨੇ ਇਕੱਠੇ ਚੱਲਾਂਗੇ ਗੁਰੂ ਸਾਹਿਬ ਦੇ ਕੋਲ। ਕਹਿਣ ਲੱਗੇ ਠੀਕ ਆ। ਅਤੇ ਜਦ ਦੂਜੇ ਦਿਨ ਤੜਕੇ ਬਜ਼ੁਰਗ ਨੇ ਕਾਫੀ ਸਮਾਂ ਉਡੀਕਿਆ, ਪਰਿਕਰਮਾ 'ਚ ਬੈਠ ਕੇ ਹੁਣ ਵੀ ਆਇਆ ਪਰ ਨਾ ਹੀ ਆਇਆ। ਅਖੀਰ ਉਹ ਚਲਿਆ ਗਿਆ ਅੰਦਰ ਦਰਸ਼ਨਾਂ ਦੇ ਵਾਸਤੇ। ਜਦੋਂ ਅੰਦਰ ਦਰਸ਼ਨ ਕਰਨ ਗਿਆ ਅਤੇ ਕੀ ਵੇਖਦਾ, ਜਿਹੜਾ ਨੌਜਵਾਨ ਕੱਲ੍ਹ ਗਠੜੀ ਚੱਕ ਕੇ ਲਿਆਇਆ ਸੀ ਉਹ ਤਾਂ ਗੁਰੂ ਹੈ। ਕਹੋ ਸਤਿਨਾਮ। ਅਤੇ ਸਾਹਮਣੇ ਖੜੇ ਆ ਹੱਥ ਬੰਨ੍ਹ ਕੇ ਬਾਪੂ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਪੂ ਬਹਿ ਜਾ ਹੁਣ ਮੱਥਾ ਟੇਕ ਕੇ। ਕਹਿੰਦੇ ਪਹਿਲਾਂ ਮੈਨੂੰ ਐਂ ਦੱਸੋ ਵੀ ਤੁਹਾਡੀ ਵਰਗੀ ਸ਼ਕਲ ਦਾ ਕੋਈ ਹੋਰ ਵੀ ਹੈ ਇੱਥੇ? ਕਹਿੰਦੇ ਨਹੀਂ। ਕੱਲ੍ਹ ਕਹਿੰਦੇ ਮੈਨੂੰ ਮਿਲਿਆ ਸੀ, ਤੁਹਾਡੇ ਵਾਂਗੂ ਗੋਲ ਪੱਗ ਬੰਨ੍ਹੀ ਸੀ, ਜਮਾਂ ਤੁਹਾਡੇ ਵਰਗਾ। ਕਹਿੰਦੇ ਬਾਪੂ ਮੇਰਾ ਤਾਂ ਰੋਜ਼ ਦਾ ਹੀ ਕੰਮ ਹੈ, ਕਿਹੜਾ ਇੱਕ ਦਿਨ ਦਾ ਕੰਮ ਹੈ, ਜਿਹੜਾ ਪਿੱਛੇ ਰਹਿ ਜਾਂਦਾ ਉਹਨੂੰ ਜਾ ਕੇ ਲਿਆਉਣਾ ਪੈਂਦਾ। ਕੋਈ ਸਤਿਨਾਮ। ਠੀਕ ਆ ਬਹਿ ਜਾ ਤੂੰ। ਇਸ ਤਰ੍ਹਾਂ ਗੁਰੂ ਸਾਹਿਬ ਭਾਵੇਂ ਆਪਣੀ ਸ਼ਕਤੀ ਨੂੰ ਪ੍ਰਗਟ ਨਹੀਂ ਸੀ ਕਰਦੇ, ਗੁਪਤ ਰਹਿੰਦੇ ਸੀਗੇ, ਪਰ ਇਹ ਗੱਲ ਜਿਹੜੀ ਇੱਥੇ ਲਿਖੀ ਹੈ, ਇਕੱਲੇ ਗਿਆਨ ਦੇ ਨਾਲ ਮੁਕਤੀ ਨਹੀਂ ਹੋਣੀ, ਨਾਲ ਭਗਤੀ ਵੀ ਚਾਹੀਦੀ ਆ। ਕੋਈ ਸਤਿਨਾਮ। ਨਿਮਰਤਾ ਵੀ ਚਾਹੀਦੀ ਆ, ਸਿਮਰਨ ਵੀ ਚਾਹੀਦਾ, ਸੇਵਾ ਵੀ ਚਾਹੀਦੀ ਆ। ਮਿਲਿਓ ਭਗਤ ਸੋ ਗਿਆਨ ਬਖਾਨਾ, ਕਲਮੇ ਕੇਵਲ ਨੈ ਸ਼ੁਭ ਜਾਨਾ। ਤੋ ਭਗਤੀ ਤੇ ਗਿਆਨ ਰਲ ਕੇ ਹੀ ਕੰਮ ਕਰਨਗੇ। ਆ ਕਲਯੁਗ ਦੇ ਭਿਆਨਕ ਸਮੇਂ ਵਿੱਚ ਲੋਕੀ ਇਕੱਲਾ ਗਿਆਨ ਪ੍ਰਾਪਤ ਕਰਕੇ ਕਹਿੰਦੇ ਮੁਕਤੀ ਹੋ ਜਾਊਗੀ ਹੁਣ। ਸ਼ੁਭ ਗਤ ਤੇ ਤੋ ਕੋਈ ਨਰ ਪਾਵੈ, ਸੁਨ ਬ੍ਰਹਮ ਗਿਆਨ ਬਿਗੜ ਬਹੁ ਜਾਵੈ। ਔਰ ਬਿਰਲੇ ਤਾਂ ਇਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਤਰ ਜਾਂਦੇ ਆ, ਬਹੁਤੇ ਵਿਗੜ ਜਾਂਦੇ ਆ। ਅਹੰਗ ਬ੍ਰਹਮ ਅੰਸਮੀ ਮੈਂ ਰੱਬ ਹਾਂ, ਕਿੰਨੇ ਬਣ ਬੈਠੇ ਸੀਗੇ ਜਿਹੜੇ ਹੁਣ ਦੁਖੀ ਹੋ ਰਹੇ ਨੇ। ਅਸਲ 'ਚ ਉਹਨਾਂ ਨੇ ਆਪਣੇ ਆਪ ਨੂੰ ਰੱਬ ਮੰਨ ਲਿਆ ਵੀ ਦੁਨੀਆ ਮੇਰੇ ਮਗਰ ਇੰਨੀ ਲੱਗੀ ਹੈ ਨਾ, ਇਹਦਾ ਮਤਲਬ ਮੈਂ ਰੱਬ ਬਣ ਗਿਆ। ਕਹੋ ਸਤਿਨਾਮ। ਦੁਨੀਆ ਤਾਂ ਵਿਚਾਰੀ ਭੋਲੀ ਭਾਲੀ ਆ, ਜਾਂ ਦੁੱਖਾਂ ਦੀ ਮਾਰੀ ਹੈ, ਦੁਖੀ ਉਹਨੂੰ ਕੂੜ ਪਿਆਰਾ। ਬਹੁਤੇ ਲੋਕ ਉਹਨਾਂ ਪਖੰਡੀਆਂ ਮਗਰ ਇਸੇ ਕਰਕੇ ਲੱਗਦੇ ਆ ਕਿ ਸ਼ਾਇਦ ਸਾਡਾ ਉੱਥੇ ਦੁੱਖ ਦਾ ਨਿਵਾਰਨ ਹੋ ਜੇ। ਕਹੋ ਸਤਿਨਾਮ। ਭੀੜ ਹੋ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬਿਰਲੇ ਹੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਮੁਕਤੀ ਪਾਉਂਦੇ ਆ, ਬਹੁਤੇ ਤਾਂ ਵਿਗੜ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿਗੜ ਜਾਂਦੀ ਹੈ, ਭਾਵ ਉਹ ਹੱਲ ਜਾਂਦੇ ਨੇ, ਉਹ ਇਹਨਾਂ ਵਕਾਰਾਂ ਦੀਆਂ ਵੱਟਾਂ ਤੋਂ ਤਿਲਕ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਇਹੋ ਜਿਹੇ ਬੇਅੰਤ ਬਚਨ ਲਿਖਦੇ ਨੇ। ਜਿਸ ਤਰ੍ਹਾਂ ਪਾਤਸ਼ਾਹ ਲਿਖਦੇ ਇੱਕ ਥਾਂ 'ਤੇ, ਮੈਂ ਅਰਥ ਕਰਕੇ ਦੱਸ ਦਿੰਦਾ ਕਿ ਭਲਿਆ ਜਿਹੜੇ ਰਸਤੇ ਤੂੰ ਜਾ ਰਿਹਾ ਨਾ, ਇਹ ਰਸਤਾ ਤਿਲਕਣਬਾਜ਼ੀ ਵਾਲਾ ਹੈ। ਵੇਖੀ ਸੋਚ ਸਮਝ ਕੇ ਪੈਰ ਧਰੀ, ਡਿੱਗ ਨਾ ਜਾਈ। ਅਤੇ ਜਿਹੜਾ ਡਿੱਗ ਜਾਂਦਾ ਹੈ ਉਹ ਇਸ ਗਾਰ ਦੇ ਵਿੱਚ ਲਿਬੜ ਜਾਂਦਾ। ਕਹੋ ਸਤਿਨਾਮ। ਇਹ ਸਿੱਧੀਆਂ ਜੀਆਂ ਗੱਲਾਂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਪਣੇ ਢੰਗ ਨਾਲ ਲਿਖੀਆਂ। ਖੈਰ ਗੁਰੂ ਕਿਰਪਾ ਕਰਨ, ਇਹ ਜਿੰਨਾ ਚਿਰ ਬ੍ਰਹਮ ਗਿਆਨ ਤਾਂ ਹੋ ਗਿਆ, ਹੁਣ ਉਸ ਨੂੰ ਪਹੁੰਚਾਉਣ ਵਾਸਤੇ ਜਿਵੇਂ ਸ਼ੱਕਰ ਅਤੇ ਘਿਓ ਹਰੇਕ ਹੀ ਖਾ ਲੇ, ਪਰ ਜਿੰਨਾ ਚਿਰ ਉਸ ਨੂੰ ਮਿਹਨਤ ਕਰਕੇ ਪਚਾਇਆ ਨਾ ਜਾਵੇ ਉਹਨਾਂ ਚਿਰ ਉਹ ਕੰਮ ਨਹੀਂ ਕਰਦਾ। ਕੋਈ ਸਤਿਨਾਮ। ਪੁਰਾਣੇ ਸਮਿਆਂ 'ਚ ਲੋਕ ਸ਼ੱਕਰ ਘਿਓ ਖਾਂਦੇ ਸੀਗੇ ਅਤੇ ਮਿਹਨਤਾਂ ਕਿੰਨੀਆਂ ਸੀ ਉਹਨਾਂ ਦੀਆਂ, ਡੰਡ ਬੈਠਕਾਂ, ਖੇਤੀਬਾੜੀ ਦੇ ਕਾਰਜ, ਤਾਂ ਜਾ ਕੇ ਉਹ ਇੰਨੇ ਤਕੜੇ ਹੁੰਦੇ ਸੀਗੇ। ਸਰੀਰਕ ਤਾਕਤਾਂ ਆ ਜਾਂਦੀਆਂ ਸ਼ੱਕਰ ਘਿਓ ਖਾਣ ਨਾਲ, ਪਰ ਉਹ ਮਿਹਨਤ ਵੀ ਭਾਲਦਾ ਹੈ, ਤਾਕਤ ਵੀ ਭਾਲਦਾ, ਵਰਜਿਸ਼ ਵੀ ਭਾਲਦਾ। ਇਸੇ ਤਰ੍ਹਾਂ ਹੀ ਭਗਤੀ ਜਿਹੜੀ ਹੈ ਇਹ ਗਿਆਨ ਨੂੰ ਪਹੁੰਚਾਉਣ ਦਾ ਕੰਮ ਕਰਦੀ ਹੈ ਤੇਰੇ ਅੰਦਰ। ਕਹੋ ਸਤਿਨਾਮ। ਉਹ ਹਜਮ ਹੋਵੇਗਾ ਭਗਤੀ ਦੇ ਨਾਲ ਇਹ ਕੀਤਾ ਹੋਇਆ ਗਿਆਨ। ਯਾਤੇ ਰੁਕੋ ਗਿਆਨ ਨਾ ਪਨਿਓ, ਜੈ ਕੇ ਕਹਿਓ ਭਗਤ ਕੇ ਸੁਣਿਓ। ਤੋ ਜਿਹੜਾ ਕਹਿੰਦਾ ਰੁੱਖਾ ਗਿਆਨ ਨਾ ਕਿਤੇ ਲੈ ਕੇ ਬਹਿ ਜਿਓ। ਰੁੱਖਾ ਗਿਆਨ ਰੁੱਖ ਹੈ ਭਗਤੀ ਤੋਂ ਬਗੈਰ। ਭਗਤੀ ਨਾਲ ਹੀ ਅਕੂਲਾ ਹੁੰਦਾ, ਭਗਤੀ ਨਾਲ ਹੀ ਪਚਦਾ ਹੈ। ਕੱਲਾ ਗਿਆਨ ਰੁੱਖਾ ਹੈ। ਜੈ ਕਹਿ ਕਹਿਓ ਭਗਤ ਕਹਿ ਸੁਣਿਓ। ਜਿੱਥੇ ਵੀ ਮੈਂ ਦੇਖਿਆ ਗਿਆਨ
ਭਗਤੀ ਦੇ ਨਾਲ ਚੋਪੜਿਆ ਹੋਇਆ ਭਿੱਜਿਆ ਹੋਇਆ ਹੀ ਕੰਮ ਕਰਦਾ ਹੈ ਅਸਲ ਵਿੱਚ। ਅੰਗ ਬ੍ਰਹਮਾ ਸਮ ਬਹਿਰ ਨ ਗਾਵੋ ਏ ਬ੍ਰਿਤ ਹੀਰੇ ਵਿਖੇ ਟਿਕਾਵੋ। ਮੈਂ ਪਹਿਲਾਂ ਵੀ ਕਈ ਵਾਰੀ ਅੰਦ ਕਿਹਾ ਨਾ, ਇੱਥੇ ਭਾਈ ਸਾਹਿਬ ਸਪਸ਼ਟ ਹੀ ਲਿਖਦੇ ਆ, ਅਹੰ ਬ੍ਰਹਮੀ ਅੰਸਮੀ, ਇਹ ਉੱਚੀ ਨਹੀਂ ਕਹਿਣਾਗਾ ਮੈਂ ਰੱਬ ਹਾਂ। ਕਹੋ ਸਤਨਾਮ। ਬਾਹਰ ਨਾ ਗਾਵੋ, ਉੱਚੀ ਕਹਿਣ ਦੀ ਲੋੜ ਨਹੀਂ ਕਿ ਮੈਂ ਰੱਬ ਹਾਂ। ਇਹ ਬਿਰਤੀ ਹਿਰੇ ਵਿਖੇ ਟਿਕਾਵੋ, ਇਹ ਗੱਲ ਅੰਦਰ ਯਾਦ ਰੱਖਣੀ ਹੈ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ। ਤੇ ਫਿਰ ਬਈ ਆਪਦੇ ਬਾਪੂ ਦਾ ਖਿਆਲ ਰੱਖੋ, ਜਿਹੋ ਜਿਹਾ ਸਾਡਾ ਪਿਓ ਹੈ ਸਾਨੂੰ ਘੱਟੋ ਘੱਟ ਉਹੋ ਜਿਹੇ ਬਣਨਾ ਚਾਹੀਦਾ। ਜੇ 10ਵੇਂ ਪ੍ਰੀਤਮ ਕਹਿੰਦੇ ਆ ਖਾਲਸਾ ਮੇਰੋ ਰੂਪ ਹੈ ਖਾਸ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ ਹੋ ਤੇ ਫਿਰ ਘੱਟੋ ਘੱਟ ਉਹਨਾਂ ਲੱਛਣਾਂ ਨੂੰ ਗ੍ਰਹਿਣ ਕਰਨੇ ਸ਼ੁਰੂ ਕਰੀਏ, ਜਿਹੋ ਜਿਹੇ ਸੁਭਾਅ ਉਹਨਾਂ ਦੇ ਸੀ, ਜਿਹੋ ਜਿਹੇ ਗੁਣ ਉਹਨਾਂ ਵਿੱਚ ਸਨ। ਜੇ ਸਾਡੇ ਵਿੱਚੋਂ ਗੁਣ ਆ ਗਏ, ਸਾਬਤ ਸੂਰਤ ਹੋ ਗਏ, ਉਹਨਾਂ ਵਰਗਾ ਸੁਭਾਅ ਬਣ ਗਿਆ, ਫਿਰ ਕਹਿਣਗੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਲੱਗਦਾ। ਕਹੋ ਸਤਨਾਮ। ਜਮਾਂ ਆਪਦੇ ਪਿਓ ਤੇ ਗਿਆ, ਜੇ ਜਾਊਗਾ ਤਾਂ ਫੇਰ ਹੀ ਕਹਿਣਗੇ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਿਉਂ ਸਾਧ ਸਾਧ ਸੰਗਾ। ਪਰ ਸ਼ਰਤ ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਫਿਰ ਪਿਓ ਤੇ ਨਹੀਂ ਨਾ ਗਿਆ ਜੇ ਇਹ ਲੱਛਣ ਕਰਕੇ ਬਹਿ ਗਿਆ। ਕਹੋ ਸਤਨਾਮ। ਬਸ ਗੁਰੂ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਕਿ ਆਓ ਪਰਮੇਸ਼ਰ ਦੇ ਗੁਣਾਂ ਨੂੰ ਜਾਣੀਏ, ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਈਏ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਾ ਕੌੜਾ। ਉਹ ਸੱਚ ਬੋਲਦਾ ਹੈ, ਉਹ ਕੌੜਾ ਨਹੀਂ ਬੋਲਦਾ, ਉਹ ਮਿੱਠਾ ਬੋਲਦਾ ਹੈ, ਉਹ ਦੀਨਾਂ ਦੇ ਗਰੀਬਾਂ ਤੇ ਦਇਆ ਕਰਨ ਵਾਲਾ ਹੈ। ਐਸਾ ਉਹ ਪਰਮੇਸ਼ਰ ਹੈ। ਤਾਂ ਤੇ ਅਹੰ ਬ੍ਰਹਮ ਅੰਸਮੀ, ਬਾਹਰ ਨਾ ਗਾਵੋ, ਬਾਹਰ ਨਹੀਂ ਕਹਿਣਾਗਾ ਮੈਂ ਰੱਬ ਹਾਂ, ਇਹ ਗੁਪਤ ਰੱਖਣਾ ਹੈ। ਇਹ ਬਿਰਤੀ ਹੀ ਅਰੇ ਟਿਕਾਵੋ ਜੀ। ਬਾਹਰ ਪ੍ਰਭ ਕੀ ਦਾਸ ਉਚਾਰੋ, ਸੰਤਨ ਵਿਖੇ ਭਾਉ ਕੋ ਧਾਰੋ। ਹਾਂ ਭਾਈ ਦਇਆ ਸਿੰਘ ਜੀ, ਹੁਣ ਸਾਨੂੰ ਜਿਹੜੀਆਂ ਗੱਲਾਂ ਗ੍ਰਹਿਣ ਕਰਨੀਆਂ ਉਹ ਦੱਸ ਰਹੇ ਨੇ। ਬਹੁਤ ਗਿਆਨ ਦੇ ਦਿੱਤਾ ਪਿੱਛੇ, ਉਹਨਾਂ ਨੇ ਸਮਝਾ ਦਿੱਤਾ। ਹੁਣ ਜੋ ਅਸੀਂ ਕਰਨਾ ਉਹ ਕਹਿ ਰਹੇ ਨੇ, ਤੇ ਹੁਣ ਤੁਸੀਂ ਕਰਨਾ ਕੀ ਹੈ ਕਿ ਰੌਲਾ ਨਹੀਂ ਪਾਉਣਾ ਕਿ ਮੈਂ ਰੱਬ ਹਾਂ। ਇਹ ਮੰਨਣਾ ਹੈ, ਇਹ ਮੰਨਣ ਵਾਲੀ ਗੱਲ ਹੈ। ਬਾਹਰੋਂ ਪਰਮੇਸ਼ਰ ਦੇ ਦਾਸ ਜਾਣੋ। 10ਵੇਂ ਪ੍ਰੀਤਮ ਆਪਣੇ ਉੱਤੇ ਲਾ ਕੇ ਗੱਲ ਕਰੇ ਆ, ਮੈਂ ਹੋ ਪਰਮ ਪੁਰਖ ਕੋ ਦਾਸਾ, ਤੇ ਅਸੀਂ ਗੁਰੂ ਦੇ ਦਾਸ। ਕਹੋ ਸਤਨਾਮ ਸੀ। ਦੇਖਣ ਆਇਓ ਜਗਤ ਤਮਾਸ਼ਾ, ਜੋ ਮੁਝ ਕੋ, ਜਿਹੜਾ ਮੈਨੂੰ ਪਰਮੇਸ਼ਰ ਕਹੂਗਾ, ਜੋ ਮੁਝ ਕੋ ਪਰਮੇਸ਼ਰ ਉਚਰਿਆ ਤੇ ਨਰਕ ਕੁੰਡ ਮੈਂ ਪਰ ਹੈ, ਉਹ ਨਰਕਾਂ ਨੂੰ ਜਾਊਗਾ ਸਿੱਧਾ। ਬਹੁਤ ਵੱਡਾ ਪਾਤਸ਼ਾਹ ਜੀ ਨੇ ਇੱਕ ਇਹ ਸਮਝਾਉਣ ਵਾਸਤੇ ਬਹਿਣ ਲਾਇਆ ਸਾਡੇ ਤੇ। ਵੈਸੇ ਉਹ ਰੱਬ ਹੀ ਆ, ਇਹ 'ਚ ਕੋਈ ਸ਼ੱਕ ਨਹੀਂ, ਪਰ ਇਹ ਗੱਲ ਸਾਨੂੰ ਵੀ ਸਮਝਾਈ ਆ ਵੀ ਤੁਸੀਂ ਕਿਤੇ ਆਪਣੇ ਆਪ ਨੂੰ ਰੱਬ ਨਾ ਕਹਿਣ ਲੱਗ ਜਿਓ, ਉਹ ਤਾਂ ਪਰਮੇਸ਼ਰ ਦੇ ਸਰੂਪ ਹੈ ਹੀ ਹੈ। ਕਹੋ ਸਤਨਾਮ। ਪਰ ਇਹ ਗੱਲ ਸਾਡੇ ਵਾਸਤੇ ਆ ਵੀ ਸਿੱਖਾ ਤੂੰ ਇਹ ਨਾ ਕਹਿਣ ਲੱਗ ਜੀ ਅਹੰ ਬ੍ਰਹਮੀ ਅੰਸਮੀ, ਮੈਂ ਰੱਬ ਹਾਂ। ਇਹ ਗੱਲ ਅੰਦਰ ਮੰਨਣੀ ਹੈ। ਬਾਹਰੋਂ ਪ੍ਰਭੂ ਕੇ ਦਾਸ ਉਚਾਰੋ, ਸੰਤਨ ਵਿਖੇ ਭਾਵ ਕੋ ਧਾਰੋ। ਸੰਗਤ ਵਿੱਚ ਪ੍ਰੇਮ ਵਰਤਾਓ, ਸੰਗਤ ਵਿੱਚ ਪ੍ਰੇਮ ਨਾਲ ਰਹੋ। ਜਿਵੇਂ ਗੁਰੂ ਅਰਜਨ ਦੇਵ ਜੀ ਆਪਣੇ ਪੁੱਤਰ 6ਵੇਂ ਪਾਤਸ਼ਾਹ ਨੂੰ ਵੀ ਜਾਂਦੇ ਜਾਂਦੇ ਲਾਹੌਰ ਨੂੰ ਕਹਿ ਗਏ ਸੀ ਕਿ ਪੁੱਤਰਾ ਅੰਦਰੋਂ ਆਪਣੇ ਆਪ ਨੂੰ ਪਰਮੇਸ਼ਰ ਦਾ ਰੂਪ ਜਾਣਨਾ ਹੈ, ਪਰ ਬਾਹਰੋਂ ਸੰਗਤ ਵਿੱਚ ਮਿਲ ਕੇ ਰਹਿਣਾ ਹੈ। ਇਹ ਬਾਬੇ ਬੁੱਢੇ ਵਰਗੇ ਸਿਆਣੇ ਸਿੱਖਾਂ ਦੀ ਸਲਾਹ ਮਸ਼ਵਰੇ ਨਾਲ ਚੱਲਣਾ। ਕਹੋ ਸਤਨਾਮ। ਹੁਣ ਤਾਂ ਸਰਬ ਕਲਾ ਸਮਰੱਥ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਪਰ ਇਹ ਗੱਲਾਂ ਜਿੱਥੇ ਉਹਨਾਂ ਨੇ ਆਪਣੇ ਪੁੱਤਰ ਨੂੰ ਕਹੀਆਂ, ਉੱਥੇ ਆਪਾਂ ਨੂੰ ਵੀ ਕਹੀਆਂ। ਕਹੋ ਸਤਨਾਮ। ਸਿੱਖ ਨੇ ਕਰਨਾ ਕੀ ਹੈ? ਬਾਹਰੋਂ ਦਾਸ ਬਣ ਕੇ ਰਹਿਣਾ ਹੈ, ਅੰਦਰੋਂ ਪਰਮੇਸ਼ਰ ਨਾਲ ਜੁੜ ਕੇ ਰਹਿਣਾ ਹੈ, ਤੇ ਸੰਗਤ ਵਿੱਚ ਮਿਲ ਕੇ ਰਹਿਣਾ ਹੈ ਪ੍ਰੇਮ ਦੇ ਨਾਲ। ਜਿਵੇਂ ਜਿਵੇਂ ਤੁਹਾਡੇ ਵਿੱਚ ਰਿੱਧੀਆਂ ਸਿੱਧੀਆਂ ਤਾਕਤਾਂ ਸ਼ਕਤੀਆਂ ਵੱਧਦੀਆਂ ਜਾਣ, ਤੁਸੀਂ ਝੁਕਦੇ ਜਾਓ। ਦਰੱਖਤ ਦੀਆਂ ਟਾਹਣੀਆਂ ਦੇਖ ਲਓ, ਜਦੋਂ ਨਹੀਂ ਫਲ ਲੱਗਿਆ ਤਾਂ ਨੂੰ ਹੁੰਦੀਆਂ, ਤੇ ਜਦੋਂ ਫਲ ਲੱਗਦਾ, ਜਿਵੇਂ ਜਿਵੇਂ ਫਲ ਦਾ ਵਜਨ ਵੱਧਦਾ ਹੈ, ਤਿਵੇਂ ਤਿਵੇਂ ਉਹ ਟਾਹਣੀ ਥੱਲੇ ਨੂੰ ਆਈ ਜਾਂਦੀ ਆ। ਕਹੋ ਸਤਨਾਮ। ਸਿੱਖੋ, ਜਿਵੇਂ ਜਿਵੇਂ ਤੁਹਾਡੇ ਵਿੱਚ ਮਹਿਤ ਸ਼ਕਤੀ, ਮਹਿਤ ਹੁੰਦੀ ਹੈ ਵੱਡੀ ਸ਼ਕਤੀ, ਜਿਵੇਂ ਜਿਵੇਂ ਤੁਹਾਡੇ ਅੰਦਰ ਉਹ ਸ਼ਕਤੀ ਵੱਧਦੀ ਜਾਵੇ ਨਾ, ਤਿਵੇਂ ਤਿਵੇਂ ਤੁਸੀਂ ਸ਼ਿਮਾ ਨਿਮਰਤਾ ਵਿੱਚ ਆਉਂਦੇ ਜਾਓ। ਅਜਰ ਕੋ ਜਰੋ, ਇਹ ਅਜਰ ਸ਼ਕਤੀ ਜਰਨ ਵਾਲੀ ਆ। ਜਿਸ ਵੇਲੇ ਸਤਿਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਦੇ ਵਿੱਚੋਂ ਪਿੰਡ ਵਾਲਿਆਂ ਨੇ, ਖਹਿਰਿਆਂ ਨੇ ਕੱਢ ਦਿੱਤਾ, ਕਹਿੰਦੇ ਚੰਗਾ ਬਾਬਾ, ਸਾਡੇ ਬਾਬੇ ਨੇ ਕਿਹਾ, ਸਾਧ ਨੇ, ਪਖੰਡੀ ਸਾਧ ਨੇ ਕੀ ਕਿਹਾ? ਉਹਨੇ ਕਿਹਾ ਵੀ ਜਾਂ ਤਾਂ ਮੀਂਹ ਪਵਾ ਦਿਓ,
ਤੇ ਨਹੀਂ ਤਾਂ ਫਿਰ ਸਾਡਾ ਬਾਬਾ ਪਵਾ ਲੂਗਾ, ਸਾਡਾ ਪਿੰਡ ਛੱਡ ਜਾਓ। ਗੁਰੂ ਅੰਗਦ ਦੇਵ ਜੀ ਨਿਮਰਤਾ ਸਹਿਤ ਕਹਿੰਦੇ ਠੀਕ ਹੈ ਭਾਈ, ਮੀਂਹ ਤਾਂ ਨਹੀਂ ਮੈਂ ਪਵਾ ਸਕਦਾ, ਉਹ ਠੀਕ ਹੈ ਤੁਹਾਡਾ ਪਿੰਡ ਛੱਡ ਜਾਂਦੇ ਆ, ਤੁਸੀਂ ਆਪਣੇ ਬਾਬੇ ਤੋਂ ਪਵਾ ਲਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਬਾਬਾ ਬੁੱਢਾ ਜੀ ਆਦਿ ਸਿਆਣੇ ਸਿੱਖਾਂ ਨੂੰ ਲੈ ਕਰਕੇ ਨਾ ਗੁਰੂ ਪਿਆਰਿਓ ਪਿੰਡ ਛੱਡ ਕੇ ਤੇ ਬਾਹਰ ਖੇਤਾਂ ਵਿੱਚ ਜਾ ਬੈਠੇ। ਤੇ ਕਿਤੇ ਗੁਰੂ ਅਮਰਦਾਸ ਜੀ ਆਸੇ ਪਾਸੇ ਗਏ ਹੋਣਗੇ, ਸੇਵਾਦਾਰ ਉਹਨਾਂ ਦੇ ਤੀਸਰੇ ਪਾਤਸ਼ਾਹ। ਜਦ ਪਿੰਡ ਵਿੱਚ ਵਾਪਸ ਆਏ ਤੇ ਕਹਿੰਦੇ ਵੀ ਗੁਰੂ ਸਾਹਿਬ, ਕੋਈ ਸੰਗੀਆਂ ਸਾਥੀਆਂ ਨੇ ਪਿੰਡ ਵਾਲਿਆਂ ਦੱਸਤਾ ਵੀ ਉਹ ਤਾਂ ਐਦਾਂ ਗੱਲ ਬਣੀ, ਉਹ ਖਹਿਰੇ ਜਾਂਦੇ ਆ ਨਾ ਫਲਾਣੇ ਸਾਧ ਕੋਲੇ, ਆਪਣੇ ਪਿੰਡ 'ਚ ਪਖੰਡੀ ਕੋਲੇ। ਹਾਂ, ਉਹਨਾਂ ਖਹਿਰਿਆਂ ਨੇ ਕਹਿਤਾ ਮੀਂਹ ਪਵਾ ਦਿਓ, ਤੇ ਪਾਤਸ਼ਾਹ ਕਹਿੰਦੇ ਵੀ ਸਾਡੇ ਵਿੱਚ ਤਾਂ ਸ਼ਕਤੀ ਨਹੀਂ ਮੀਂਹ ਪਵਾਉਣ ਦੀ, ਇੰਨੀ ਸ਼ਕਤੀ ਹੁੰਦਿਆਂ ਕਹਿੰਦੇ ਨਾ ਵੀ ਨਾ, ਅਸੀਂ ਤਾਂ ਨਹੀਂ ਪਵਾਦੇ, ਪਰਮੇਸ਼ਰ ਦੀ ਮੌਜ ਹੈ, ਪਾਵੇ ਜਾਂ ਨਾ ਪਾਵੇ। ਫਿਰ ਉਹ ਕਹਿੰਦੇ ਵੀ ਸਾਡਾ ਬਾਬਾ ਕਹਿੰਦਾ ਹੈਗਾ ਵੀ ਇਹ ਗ੍ਰਸਤੀ ਜਿਹੜੇ ਹੈ ਸਾਧੂਆਂ ਦਾ ਭੋਜਨ ਖਾਣ ਲੱਗ ਪਏ, ਅਸੀਂ ਤਾਂ ਗ੍ਰਸਤੀ ਨਹੀਂ ਹੈਗੇ, ਇਹ ਗ੍ਰਸਤੀ ਆ। ਅੰਗਦ ਦੇਵ ਲੈਣਾ ਗ੍ਰਸਤੀ ਹੈ। ਦੇਖੋ ਇੱਥੇ ਗੁਰੂ ਬਣ ਕੇ ਬੈਠਾ ਆਪਣੇ ਪਿੰਡ 'ਚ, ਹੁਣ ਇਹਨੂੰ ਕੱਢੋ। ਜਿੱਦਣ ਦਾ ਇਹ ਆਇਆ ਉਦਣ ਦੀ ਆਪਣੀ ਔੜ ਲੱਗੀ ਆ। ਪਿੰਡ ਵਾਲਿਆਂ ਨੇ ਕੱਢਤਾ ਪਿੰਡ 'ਚੋਂ, ਕਹਿੰਦੇ ਜਾ ਯਾਰ ਇੰਨੀ ਗੱਲ ਪਿੱਛੇ ਕੱਢਤਾ, ਉਹ ਇਹ ਤਾਂ ਉਹਦੇ ਸਿੱਖ ਵੀ ਪਵਾ ਸਕਦੇ ਆ, ਮੀਂਹ ਮੂੰਹ ਵਾਲੀ ਕਿਹੜੀ ਗੱਲ ਹੈ, ਤੇ ਨਿੱਕੀ ਜਿਹੀ ਜੁਗਤੀ ਹੈ, ਤੁਹਾਨੂੰ ਮੈਂ ਦੱਸ ਦਿੰਦਾ। ਕਹੋ ਸਤਿਨਾਮ। ਕਹਿੰਦੇ ਅੱਛਾ ਜੀ ਪੈ ਜਾਊਗਾ। ਕਹਿੰਦੇ ਲੈ ਪਵੇ ਕਿਵੇਂ ਨਾ। ਕਹਿੰਦੇ ਫਿਰ ਦੱਸੋ। ਕਹਿੰਦੇ ਵੀ ਇੱਦਾਂ ਕਰੋ, ਉਹ ਸੱਦੋ ਜਿਹੜੇ ਬੰਦਿਆਂ ਨੇ ਕਿਹਾ ਸੀ ਪੈਂਦਾ ਨਹੀਂ ਮੀਂਹ, ਤੇ ਉਹ ਖਹਿਰਿਆਂ ਨੂੰ ਸੱਦ ਲਿਆ। ਪਿੰਡ ਵਾਲੇ ਆ ਗਏ, ਭੱਜੇ ਆਏ, ਕਿਉਂਕਿ ਮੀਂਹ ਸਾਹ ਤੋਂ ਵੀ ਨਹੀਂ ਪਿਆ। ਮੁੜ ਕੇ ਉਹ ਵੀ ਜ਼ੋਰ ਲਾ ਹਟਿਆ, ਮੰਤਰ ਪੜ੍ਹ ਕੇ ਅੰਦਰ ਬੈਠ ਕੇ। ਤੇ ਪਿੰਡ ਵਾਲੇ ਕਹਿੰਦੇ ਬਾਬਾ ਜੀ ਕਿਵੇਂ ਪਊਗਾ? ਕਹਿੰਦੇ ਵੀ ਦੇਖੋ ਤੁਹਾਡੇ ਸਾਧ ਦੇ ਚਰਨ ਪਵਾਓ ਖੇਤਾਂ 'ਚ, ਜਿਹੜੇ ਜਿਹੜੇ ਖੇਤ ਵਿੱਚ ਉਹਨਾਂ ਦੇ ਚਰਨ ਪੈ ਜਾਣਗੇ ਉੱਥੇ ਉੱਥੇ ਮੀਂਹ ਪੈਂਦਾ ਜਾਊਗਾ, ਇੰਨੀ ਗੱਲ ਆ। ਕਹੋ ਸਤਿਨਾਮ। ਕਹਿਣ ਲੱਗੇ ਅੱਛਾ ਜੀ। ਕਹਿੰਦੇ ਠੀਕ ਆ ਲੈ ਜਾਓ। ਉਹ ਫਿਰ ਸਾਧ ਕੋਲੇ ਜਾਂਦੇ ਆ, ਕਹਿੰਦੇ ਬਾਬਾ ਜੀ ਬਾਹਰ ਨਿਕਲੋ, ਸਾਡੇ ਨਾਲ ਚੱਲੋ। ਕਿੱਥੇ? ਨਗਰ ਵਿੱਚੋਂ ਨਿਕਲ ਕੇ ਖੇਤਾਂ ਵਿੱਚ ਚਰਨ ਪਾਓ। ਹੁਣ ਉਹ ਵਿਚਾਰਾ ਵਿਹਲਾ ਖਾ ਖਾ ਕੇ ਢਿੱਡ ਸਰੀਰ ਮੋਟਾ ਹੋਇਆ ਸੀਗਾ, ਤੁਰਿਆ ਜਾਂਦਾ ਨਹੀਂ ਸੀਗਾ। ਤੇ ਨੌਜਵਾਨ ਕਹਿਣ ਲੱਗੇ ਬਾਬਾ ਦੇਖ ਸਾਨੂੰ ਜੁਗਤੀ ਲੱਭੀ ਆ ਵੀ ਤੂੰ ਬਹੁਤ ਤਪਸਵੀ ਆ, ਭਗਤੀ ਵਾਲਾ, ਸਾਡੇ ਖੇਤਾਂ ਵਿੱਚ ਚਰਨ ਪਾ। ਕਹਿੰਦੇ ਜਿੱਥੇ ਚਰਨ ਪਾਏਗਾ ਉੱਥੇ ਮੀਂਹ ਪੈ ਜਾਊਗਾ। ਨਹੀਂ ਤੁਰਦਾ ਸੀ, ਧੱਕੇ ਨਾਲ ਲੈ ਗਏ ਵਾਹਾਂ ਤੋਂ ਫੜ ਕੇ। ਪਰ ਕਰਨੀ ਪਰਮੇਸ਼ਰ ਦੀ ਐਸੀ ਹੋਈ ਕਿ ਜਿਹੜੇ ਖੇਤ ਵਿੱਚ ਖੜਦਾ ਉੱਥੇ ਮੀਂਹ ਪੈਂਦਾ। ਆ ਜਿਵੇਂ ਬਠਿੰਡੇ 'ਚ ਕਦੇ ਕਿਲੇ 'ਚ ਹੀ ਪਈ ਜਾਂਦਾ, ਅਗਾਂਹ ਪਿਛਾਂਹ ਹਟ ਜਾਂਦਾ। ਕਹੋ ਸਤਿਨਾਮ। ਤਾਂ ਗੁਰੂ ਪਿਆਰਿਓ ਹੁਣ ਜਿੱਥੇ ਉਹ ਜਾਂਦਾ ਉੱਥੇ ਜੇ ਮੀਂਹ ਪੈਂਦਾ, ਆਸੇ ਪਾਸੇ ਪੈਂਦਾ ਹੀ ਨਹੀਂਗਾ। ਥੋੜ੍ਹਾ ਦੂਜੇ ਖੇਤਾਂ ਲੈ ਜਾਂਦੇ ਆ। ਫਿਰ ਵੱਡੇ ਵੱਡੇ ਲੋਕ ਜਿਹੜੇ ਸੀਗੇ ਬਾਹਲੇ ਕਿੱਲਿਆਂ ਵਾਲੇ ਆਪਣੇ ਖੇਤਾਂ ਲਈ ਫਿਰਦੇ ਆ। ਗਰੀਬ ਆ ਕੇ ਰੋਏ ਤੀਜੇ ਪਾਤਸ਼ਾਹ ਕੋਲੇ, ਹਜੇ ਉਹ ਗੁਰੂ ਨਹੀਂ ਬਣੇ, ਹਜੇ ਸੇਵਕ ਹੈ। ਕਹਿੰਦੇ ਮਹਾਰਾਜ ਉਹ ਵੱਡੇ ਲੋਕ ਤਾਂ ਅਮੀਰ ਲੋਕ ਆਪਦੇ ਖੇਤਾਂ ਲਈ ਫਿਰਦੇ, ਅਸੀਂ ਤਾਂ ਰਹਿ ਗਏ, ਸਾਡੀ ਤਾਂ ਵੱਟ ਦੇ ਨਾਲ ਨਹੀਂ ਮੀਂਹ ਪੈਂਦਾ ਦੂਜੇ ਪਾਸੇ, ਹੁਣ ਅਸੀਂ ਕਰੀਏ? ਕਹਿੰਦੇ ਵੀ ਤੁਸੀਂ ਵੀ ਲੈ ਜਾਓ। ਪਰ ਵਿਚਾਰਾ ਇੰਨਾ ਕਦੇ ਤੁਰੇ ਨਹੀਂ ਸੀ ਜਿੰਨਾ ਅੱਜ ਖਿੱਚ ਲਿਆ ਉਹਨੂੰ ਬਾਹੋਂ ਫੜ ਕੇ। ਨੌਜਵਾਨ ਤੁਰੇ ਨਾ, ਤੇ ਅਖੀਰ ਕਹਿੰਦੇ ਅੱਧ ਮੋਇਆ ਵਾਂਗੂ ਹੋ ਗਿਆ। ਹੁਣ ਇਹ ਸਾਰੇ ਲੋਕ ਸਵਾਰਥੀ ਹੈ, ਤੇ ਕਹਿੰਦੇ ਉਹਨਾਂ ਨੇ ਫਿਰ ਇੱਕ ਪਾਸੇ ਵਹਿੜਕਾ ਜੋੜ ਲਿਆ, ਇੱਕ ਪੰਜਾਲੀ ਲੈ ਲਈ, ਇੱਕ ਪਾਸੇ ਉਹਨੂੰ ਜੋੜ ਲਿਆ, ਫਿਰ ਬੈਠ ਕੇ ਨਾਲ ਤੋਰਦੇ ਆ। ਗੱਲ ਮੁਕਾਓ ਕਿ ਅਖੀਰ ਉਹ ਸਾਧ ਗੁਜ਼ਰ ਗਿਆ। ਕਹੋ ਸਤਿਨਾਮ। ਮਰ ਗਿਆ। ਮਰਨ ਤੋਂ ਬਾਅਦ ਮੂਸਲਾਧਾਰ ਮੀਂਹ ਲੈ ਪਿਆ, ਸਾਰੇ ਖੇਤਾਂ 'ਚ ਹੀ ਪੈ ਗਿਆ। ਹੁਣ ਮੀਂਹ ਹਟੇ ਨਾ। ਫਿਰ ਪਿੰਡ ਵਾਲੇ ਭੱਜ ਕੇ ਆਏ, ਕਹਿੰਦੇ ਮਹਾਰਾਜ ਆ ਫਸਲਾਂ ਡੁੱਬ ਗਈਆਂ, ਹੁਣ ਬੰਦ ਕਰਾਓ ਇਸ ਨੂੰ। ਕਹਿੰਦੇ ਹੁਣ ਆਏ ਨਹੀਂ ਬੰਦ ਹੁੰਦਾ ਇਹ। ਤੀਜੇ ਪਾਤਸ਼ਾਹ ਕਹਿੰਦੇ ਐ ਨਹੀਂ ਬੰਦ ਹੁੰਦਾ। ਕਹਿੰਦੇ ਫਿਰ ਕਿਵੇਂ ਹੋਊਗਾ? ਕਹਿੰਦੇ ਸਾਧ ਨੂੰ ਨੱਪ ਦਿਓ ਫਿਰ ਬੰਦ ਹੋਊਗਾ। ਕਹੋ ਸਤਿਨਾਮ। ਫਿਰ ਚੱਕ ਕੇ ਉਹਦਾ ਸਰੀਰ ਜਿਹੜਾ ਦਫਨਾ ਦਿੱਤਾ, ਥਾਂ ਪੱਟ ਕੇ ਨੱਪ ਦਿੱਤਾ, ਮੀਂਹ ਬੰਦ ਹੋ ਗਿਆ। ਹੁਣ ਪਿੰਡ ਵਾਲੇ ਗੁਰੂ ਅੰਗਦ ਦੇਵ ਜੀ ਕੋਲ, ਗੁਰੂ ਅਮਰਦਾਸ ਜੀ ਕੋਲ ਆਏ, ਕਹਿੰਦੇ ਮਹਾਰਾਜ ਸਾਥੋਂ ਗਲਤੀ ਹੋ ਗਈ, ਸਾਨੂੰ ਨਹੀਂ ਪਤਾ ਸੀਗਾ ਵੀ ਐਂ ਮੀਂਹ ਪੈ ਸਕਦਾ ਹੈਗਾ, ਅਸੀਂ ਤੁਹਾਡੇ ਪਿੰਡ ਵਿੱਚੋਂ, ਸਾਡੇ ਪਿੰਡ 'ਚੋਂ ਐਵੇਂ ਕੱਢਤਾ ਗੁਰੂ ਸਾਹਿਬ ਨੂੰ, ਚਲੋ ਮਨਾ ਕੇ ਲਿਆਈਏ। ਤਾਂ ਗੁਰੂ ਅੰਗਦ ਦੇਵ ਜੀ ਗੁੱਸੇ ਹੋ ਗਏ ਸੀ ਗੁਰੂ ਅਮਰਦਾਸ ਜੀ ਨਾਲ ਵੀ ਤੂੰ ਇਹ ਸ਼ਕਤੀ ਕਿਉਂ ਵਿਖਾਈ ਆ? ਕੋਈ ਸਤਿਨਾਮ। ਤੂੰ ਇਹ ਕਲਾ ਕਿਉਂ ਵਿਖਾਈ? ਜਦੋਂ ਅਸੀਂ ਚੁੱਪ ਕਰਕੇ ਬਾਹਰ ਆ ਗਏ ਤੂੰ ਵੀ ਆ ਜਾਂਦਾ, ਤੈਨੂੰ ਕੀ ਲੋੜ ਸੀ? ਕਹਿੰਦੇ ਮਹਾਰਾਜ ਮੈਥੋਂ ਰਿਹਾ ਨਹੀਂ ਗਿਆ, ਜਿਹੜੀ ਪਿੰਡ ਵਾਲ ਤੁਹਾਡੀ ਬੇਅਦਬੀ ਕੀਤੀ ਮੈਥੋਂ ਝੱਲੀ ਨਹੀਂ ਗਈ, ਇਸ ਕਰਕੇ ਮੈਂ ਥੋੜ੍ਹਾ ਜਿਹਾ ਮੈਨੂੰ ਇਹ ਕੰਮ ਕਰਨਾ ਪਿਆ। ਕਹਿੰਦੇ 3 ਘੰਟੇ ਤਾਂ ਸਤਿਗੁਰਾਂ ਨੇ ਉਸ ਨੂੰ ਬੈਠਣ ਨੂੰ ਵੀ ਨਹੀਂ ਕਿਹਾ। ਜਾ ਕੇ ਜਦੋਂ ਮੱਥਾ ਟੇਕਿਆ ਅਮਰਦਾਸ ਜੀ ਨੇ, ਅੰਗਦ ਨੇ ਮੂੰਹ ਘੁਮਾ ਕੇ ਦੂਜੇ ਪਾਸੇ ਕਰ ਲਿਆ, ਖੜੇ ਰਹੇ। ਦੂਜੇ ਪਾਸੇ ਮੱਥਾ ਟੇਕਿਆ, ਤੀਜੇ ਪਾਸੇ ਮੂੰਹ ਕਰ ਲਿਆ। ਇੱਕ ਪਹਿਰ ਤਾਂ ਖੜਾਈ ਰੱਖਿਆ। ਪਹਿਰਵਾਲ ਕਹਿੰਦੇ ਬਹਿ ਜਾ ਪੁਰਖਾ ਬਹਿ ਜਾ, ਖੜੇ ਪਿੰਡੋਂ ਆਇਆ ਤੂੰ।
ਬਹਿ ਜਾ। ਫਿਰ ਬਹਿ ਗਏ। ਤੈਨੂੰ ਕੀ ਲੋੜ ਸੀਗੀ ਇਹ ਕੰਮ ਕਰਨ ਦੀ? ਮਹਾਰਾਜ ਮੈਥੋਂ ਰਿਹਾ ਨਹੀਂ ਗਿਆ, ਤੁਹਾਡੀ ਬੇਅਦਬੀ ਹੋ ਗਈ। ਕਹਿੰਦੇ ਭਲਿਆ ਇਹ ਤਾਂ ਚੀਜ਼ਾਂ ਨਾਲ ਲਿਜਾਣ ਵਾਲੀਆਂ, ਸ਼ਕਤੀਆਂ ਵਿਖਾਉਣ ਵਾਲੀਆਂ ਨਹੀਂ ਗੀਆਂ। ਹਾਂ ਆਪੇ ਜਿਵੇਂ ਟੈਂਕੀ ਓਵਰਫਲੋ ਹੋ ਕੇ ਡੁੱਲਦੀ ਹੈ ਡੁੱਲ ਜੇ, ਪਰ ਅਸੀਂ ਇਹ ਕਹਿ ਕੇ ਨਹੀਂ ਕਰਨਾ ਕਿ ਐਂ ਕਰੋ ਤੇ ਐਂ ਹੋ ਜਾਊਗਾ। ਕੋਈ ਸਤਿਨਾਮ ਇਹ ਕਹਿਣਾ ਨਹੀਂ ਹੈਗਾ। ਇਸ ਕਰਕੇ ਆਪਾਂ ਗੱਲ ਕਰ ਰਹੇ ਸੀਗੇ ਬਈ ਆਪਣੇ ਆਪ ਨੂੰ ਰੱਬ ਨਹੀਂ ਕਹਿਣਾ। ਸ਼ਕਤੀਆਂ ਆਉਣਗੀਆਂ, ਉਹਨਾਂ ਨੂੰ ਆਪਣੇ ਅੰਦਰ ਜਜ਼ਬ ਕਰਦੇ ਜਾਓ, ਪਹੁੰਚਾਉਂਦੇ ਜਾਓ। ਤਿਉਂ ਤਿਉਂ ਛਿਮਾ ਅਜਰ ਕੋ ਧਰੋ। ਅਜਰ ਹੁੰਦੀ ਹੈ ਜਰਨ ਵਾਲੀ ਸ਼ਕਤੀ, ਜਿਹੜੀ ਜਰੀ ਨਾ ਜਾਵੇ। ਜਿਵੇਂ ਲੋਕ ਕਈ ਨਸ਼ੇ ਖਾ ਕੇ ਡਿੱਗੇ ਫਿਰਦੇ ਆ ਗਲੀਆਂ 'ਚ, ਝੱਲੀ ਨਹੀਂ ਜਾਂਦੀ। ਇਹ ਤਾਂ ਉਦੋਂ ਵੀ ਵੱਡੀ ਸ਼ਕਤੀ ਹੈ, ਇਹ ਪਹੁੰਚਾਉਣੀ ਬਹੁਤ ਔਖੀ ਆ। ਜੇ ਆ ਜਾਵੇ ਸਾਡੇ ਕੋਲੇ, ਇਹਨੂੰ ਗੁਰੂ ਦੀ ਕਿਰਪਾ ਨਾਲ ਹੀ ਪਹੁੰਚਾਇਆ ਜਾ ਸਕਦਾ। ਗੁਰੂ ਮਾਰਗ ਦਰਸ਼ਨ ਕਰਦਾ ਤਾਂ ਪਹੁੰਚਦੀ ਹੈ ਇਹ। ਕਹੋ ਸਤਿਨਾਮ। ਇਸ ਕਰਕੇ ਤੁਹਾਡੇ ਹਿਰਦੇ ਦੇ ਵਿੱਚ ਪਰਮੇਸ਼ਰ ਜਿਹੜਾ ਗੂਠੇ ਜਿੰਨਾ ਬਣ ਕੇ ਬੈਠਾ, ਆਤਮਾ ਜਿਹੜਾ ਹੈ ਨਾ, ਉਹ ਸੂਖਮ ਸਰੂਪ ਤੁਹਾਡੇ ਗੂਠੇ ਜਿੱਡਾ ਹੀ ਤੁਹਾਡੇ ਹਿਰਦੇ ਵਿੱਚ ਬੈਠਾ, ਜਿਹੜਾ ਸਾਨੂੰ ਸਭ ਕੁਝ ਕਰਾ ਰਿਹਾ। ਕਹਿੰਦੇ ਉਹਦਾ ਐਡਾ ਕੁ ਸਰੂਪ ਹੈ ਤੁਹਾਡੇ ਵਰਗਾ ਹੀ। ਉਰਮ ਹੈ ਹਿਰਦੇ ਵਿੱਚ, ਨਭ ਅੰਗੁਸ਼ਟ ਪ੍ਰਮਾਣ। ਤੁਹਾਡੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਅੰਗੂਠੇ ਜਿੰਨਾ, ਉੱਥੇ ਜੀਵ ਆਤਮਾ ਦਾ ਵਾਸਾ ਪਛਾਣੋ। ਪ੍ਰੀਤਮ ਦਾ ਬਚਨ ਹੈ ਇਹ, ਆਸਾ ਦੀ ਵਾਰ ਚੋਂ ਪੜ੍ਹ ਲਓ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ, ਸਖੀਆਂ ਮਨ ਸੰਤੋਖ ਹੀ ਉਪਜਿਆ, ਦੇਣਾ ਕੈ ਵਿਚਾਰ। ਜਿਹਦੇ ਅੰਦਰ ਇਹ ਚੀਜ਼ ਪ੍ਰਗਟ ਹੋ ਗਈ ਨਾ, ਸਖੀ ਹੁੰਦੇ ਆ ਗੁਰੂ ਕੇ ਪਿਆਰੇ, ਰੱਬ ਦੇ ਪਿਆਰੇ। ਸਖੀ ਸਹੇਲੀ ਦੋਸਤ ਮਿੱਤਰ ਵੀ ਹੁੰਦਾ। ਜਿਹੜੇ ਰੱਬ ਦੇ ਦੋਸਤ ਮਿੱਤਰ ਹੈ, ਸੰਤ ਮਹਾਂਪੁਰਸ਼, ਜਿੱਥੇ ਗੱਲ ਪ੍ਰਗਟ ਹੋ ਗਈ, ਉਹਨਾਂ ਦੇ ਅੰਦਰੋਂ ਇੱਕ ਚੀਜ਼ ਫਿਰ ਪ੍ਰਗਟ ਹੋਊਗੀ। ਕੀ? ਸਖੀਆਂ ਮਨ ਸੰਤੋਖ ਹੀ ਉਪਜੈ। ਆਪਣੇ ਵਾਸਤੇ ਸਬਰ ਸੰਤੋਖ ਆ ਜਾਊਗਾ, ਦੂਜਿਆਂ ਨੂੰ ਦੇਣ ਨੂੰ ਤਿਆਰ ਹੋ ਜਾਣਗੇ। ਕਹੋ ਸਤਿਨਾਮ। ਦੇਣਾ ਕੈ ਵਿਚਾਰ। ਉਹ ਕਹਿਣਗੇ ਆ ਵੀ ਦੇ ਦਿਓ, ਆ ਵੀ ਦੇ ਦਿਓ। ਭਾਵ ਉਹ ਭਾਣੇ ਵਿੱਚ ਵੀ ਆ ਜਾਣਗੇ। ਉਹਨੂੰ ਐਂ ਲੱਗੂ ਵੀ ਸਾਡੇ ਕੋਲੇ ਬਹੁਤ ਹੈ, ਵੰਡ ਦੀਏ ਜਿੰਨਾ ਵੰਡਿਆ ਜਾਂਦਾ। ਕਹੋ ਸਤਿਨਾਮ। ਕਿਉਂਕਿ ਉਸ ਪਾਵਰ ਨਾਲ ਮਿਲ ਜਾਂਦੇ ਹਨ ਜਦੋਂ, ਫਿਰ ਉਹ ਬਹੁਤ ਹੋ ਜਾਂਦਾ। ਬੁੱਧ ਮੈਂ ਪ੍ਰਤੀਬਿੰਬਤ ਪਾ ਬ੍ਰਹਮ, ਜੜ ਚੇਤਨ ਮਿਲ ਪਏ ਇੱਕ ਧਰਮ। ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਉਸ ਆਤਮਾ ਦਾ ਵਾਸਾ ਹੈ, ਬੁੱਧੀ ਵਿੱਚ ਉਹਦਾ ਪ੍ਰਤੀਬਿੰਬ ਬਣਦਾ ਹੈ ਬ੍ਰਹਮ ਦਾ। ਮਨ ਸਾਧਨ ਸੰਕਲਪ ਕਰਨ ਕੋ, ਅਤ ਚੰਚਲਤਾ ਕਰੇ ਧਰਨ ਕੋ। ਇਹੋ ਜੜ ਤੇ ਚੇਤਨ ਮਿਲ ਕੇ ਇੱਕ ਹੋ ਗਏ। ਭਾਵ ਐਂ ਲੱਗਦਾ ਨਾ ਵੀ ਆ ਸਰੀਰ ਕੰਮ ਕਰ ਰਿਹਾ, ਪਰ ਇਹ ਜੜ ਹੈ। ਇਹ ਉਹ ਚੇਤਨ ਨਾਲ ਮਿਲ ਕੇ ਹੀ ਇੱਕਮਿਕ ਹੋਇਆ ਪਿਆ ਹੈ। ਉਹਦੇ ਕਰਕੇ ਚੱਲਦਾ, ਬੋਲਦਾ, ਤੁਰਦਾ, ਫਿਰਦਾ, ਸਭ ਕੁਝ ਕਰਦਾ ਹੈ। ਇਸ ਤਰ੍ਹਾਂ ਜੜ ਤੇ ਚੇਤਨ ਮਿਲ ਕੇ ਇੱਕ ਹੋ ਗਏ ਹਨ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਮਨ ਸਾਧਨ ਸੰਕਲਪ ਕਰਨ ਕੋ। ਮਨ ਜਿਹੜਾ ਇੱਕ ਸਾਧਨ ਹੈ ਅਨੇਕਾਂ ਤਰ੍ਹਾਂ ਦੇ ਖਿਆਲ ਬਣਾਉਣ ਲਈ, ਔਰ ਮਨ ਤੇ ਬਿਨਾਂ ਨਾ ਅਪਰ ਵਿਚਾਰੋ। ਇਹ ਮਨ ਕਰਕੇ ਸਾਡੇ ਅੰਦਰ ਫੁਰਨੇ ਬਣਦੇ ਹੈ। ਅਤੇ ਜਦੋਂ ਮਨ ਗੁਰੂ ਨੂੰ ਦੇਤਾ, ਫਿਰ ਅਸੀਂ ਫੁਰਨੇ ਬਣਾਉਣੇ ਬੰਦ ਕਰ ਦਿਆਂਗੇ। ਫਿਰ ਕੀ ਕਰਾਂਗੇ? ਜੋ ਗੁਰੂ ਦੀ ਮੱਤ ਕਹਿੰਦੀ ਆ ਉਹ ਕਰਾਂਗੇ। ਕਹੋ ਸਤਿਨਾਮ। ਇਹ ਮਨ ਸਾਡਾ ਫੁਰਨੇ ਬਣਾਉਂਦਾ ਹੈ। ਇਹ ਮਨ ਫੁਰਨਿਆਂ ਵਾਸਤੇ ਤਿਆਰ ਕੀਤਾ ਪਰਮੇਸ਼ਰ ਨੇ। ਪਰ ਇਹਦੀ ਵਾਗਡੋਰ, ਜਿਵੇਂ ਕੱਲ੍ਹ ਗੱਲ ਕਰਦੇ ਸੀਗੇ ਕਿ ਸਰੀਰ ਇੱਕ ਰੱਥ ਹੈ, 10 ਘੋੜੇ ਲੱਗੇ ਨਾ, 5 ਕਰਮ ਇੰਦਰੀ, 5 ਗਿਆਨ ਇੰਦਰੀ। ਇਹਨਾਂ ਦੀਆਂ ਵਾਗਡੋਰਾਂ ਸਾਡੇ ਮਨ ਦੇ ਹੱਥ ਵਿੱਚ। ਮਨ ਨੇ ਗਾਹਾਂ ਕਾਲ ਨੂੰ ਫੜਾਤੀਆਂ, ਕਾਲ ਨੇ ਇੱਕ ਕਾਮ ਨੂੰ ਫੜਾਤਾ ਘੋੜਾ, ਇੱਕ ਕ੍ਰੋਧ ਨੂੰ ਫੜਾਤਾ, ਇੱਕ ਹੰਕਾਰ ਨੂੰ ਫੜਾਤਾ। ਇਹਨਾਂ 10 ਨੂੰ ਅਲੱਗ-ਅਲੱਗ ਲਾਮਾਂ ਫੜਾਤੀਆਂ। ਹੁਣ ਕੰਨਾਂ ਵਾਲਾ ਘੋੜਾ ਜਿਹੜਾ ਇੱਧਰ ਨੂੰ ਖਿੱਚਦਾ, ਕਾਮ ਵਾਲਾ, ਵਾਸ਼ਨਾ ਵਾਲਾ ਇੱਧਰ ਨੂੰ ਖਿੱਚਦਾ, ਗੁੱਸੇ ਵਾਲਾ ਇੱਧਰ ਨੂੰ ਖਿੱਚਦਾ, ਹੰਕਾਰ ਵਾਲਾ ਇੱਧਰ ਨੂੰ ਖਿੱਚਦਾ। ਇਹਨੂੰ ਕਿਤੇ ਵੀ ਨਹੀਂ ਤੁਰਨ ਦਿੰਦੇ। ਕਹੋ ਸਤਿਨਾਮ। ਸਿੱਧਾ ਨਹੀਂ ਚੱਲਣ ਦਿੰਦੇਗੇ। ਅਤੇ 10 ਕਰਮ ਇੰਦਰੀਆਂ ਦੀਆਂ, 5 ਕਰਮ ਇੰਦਰੀ, 5 ਗਿਆਨ ਇੰਦਰੀਆਂ ਦੀਆਂ ਵਾਗਡੋਰਾਂ ਹੁਣ ਕਿਹਨੂੰ ਫੜਾ ਦਈਏ? ਇੱਕ ਗੁਰੂ ਨੂੰ। ਫਿਰ ਇਹ ਸਿੱਧਾ ਲੈ ਕੇ ਜਾਊ ਸਾਡੇ ਰੱਥ ਨੂੰ। ਕਹੋ ਸਤਿਨਾਮ। ਜਿਵੇਂ ਕ੍ਰਿਸ਼ਨ ਜੀ ਨੇ ਅਰਜਨ ਦਾ ਰੱਥ ਚਲਾਇਆ, ਇਸੇ ਤਰ੍ਹਾਂ ਸਾਡੇ ਅੰਦਰ ਗੁਰੂ ਦੀ ਮੱਤ ਹੈ ਅਤੇ ਉਸ ਦੇ ਮੁਤਾਬਕ ਤਾਂ ਚੱਲੋ ਜੇ ਗੁਰਮਤਿ ਨੂੰ ਧਾਰਨ ਕਰੇਗਾ। ਇਸ ਕਰਕੇ ਸਾਡੀਆਂ ਬਾਗਡੋਰਾਂ ਜਿਹੜੀਆਂ ਮਨ ਦੇ ਹੱਥ 'ਚ ਹੈ ਨਾ, ਇਹ ਮਨ ਨੂੰ ਹੀ ਗੁਰੂ ਨੂੰ ਫੜਾ ਦਿਓ। ਫਿਰ ਗੁਰੂ ਆਪੇ ਫੜੇਗਾ ਬਾਗਡੋਰਾਂ। ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਸ ਕਰਕੇ ਜਦੋਂ ਮਨ ਗੁਰੂ ਨੂੰ ਫੜਾ ਦਿੱਤਾ,
ਪਾਤਸ਼ਾਹ ਜੀ ਕਹਿੰਦੇ रब के अग्र तिरवरा जैसे मन स्वरूप सुख मलक सैसे। ਉਹ ਜਿਹੜਾ ਮਨ ਦਾ ਸਾਡੇ ਦਾ ਸਰੂਪ ਹੈ, ਜਿਵੇਂ ਸੂਰਜ ਅੱਗੇ ਨਿੱਕੇ ਨਿੱਕੇ ਟਿਮਕਣੇ ਤਾਰੇ ਚਮਕਦੇ ਹਨ। ਤਿਰਮਰਾ ਜਾਣਦੇ ਹੋ ਨਾ, ਜਿਵੇਂ ਪੰਜ ਤਿਰਮਰਾ ਬਣ ਜਾਂਦਾ, ਜਿਵੇਂ ਸੂਰਜ ਦੇ ਅੱਗੇ ਨਿੱਕੇ ਨਿੱਕੇ ਤਾਰੇ ਟਿਮਟਮਾਉਂਦੇ ਹਨ, ਇਸੇ ਤਰ੍ਹਾਂ ਸਾਡਾ ਮਨ ਸੂਖਮ ਜਿਹਾ ਹੈ। ਇੰਦਰੀ ਗਿਆਨ ਪਾਵਨ ਹਾਰੋ ਮਨ ਤੇ ਬਿਨਾ ਨਾ ਅਪਰ ਵਿਚਾਰੋ। ਇੰਦਰੀ ਜਿਹੜੇ ਐ ਉਹ ਮਨ ਕਰਕੇ ਹੀ ਗਿਆਨ ਪੈਦਾ ਕਰਦੇ ਐ, ਪਰ ਮਨ ਹੋਵੇਗਾ ਇੰਦਰੀਆਂ ਕੋਲੇ ਤਾਂ ਇਹ ਗਿਆਨ ਪੈਦਾ ਕਰਨਗੇ, ਮਨ ਤੋਂ ਬਿਨਾਂ ਨਹੀਂ ਕੁਝ ਕਰ ਸਕਦੇ। ਤੁਝ ਕੇ ਸੰਗ ਸਪਰਸ਼ ਹੋਏ ਮਨ ਪੰਚੋ ਗਿਆਨ ਉਪਾਵਨ ਤਤ ਛਿਨ। ਇਸ ਤਰ੍ਹਾਂ ਜਦੋਂ ਮਨ ਸਾਡਾ ਤੁਚਾ ਦੇ ਨਾਲ, ਸਰੀਰ ਦੇ ਨਾਲ ਜੁੜ ਜਾਂਦਾ ਹੈ ਤਾਂ ਫਿਰ ਪੰਜੇ ਗਿਆਨ ਇੰਦਰੀ ਜਿਹੜੇ ਹਨ ਇਹ ਕੰਮ ਕਰਦੇ ਆ। ਜਿਹੜਾ ਮਨ ਸਾਡਾ ਸਰੀਰ ਨਾਲ ਜੁੜਿਆ ਹੋਇਆ ਨਾ, ਫਿਰ ਅੱਖਾਂ ਰਾਹੀਂ ਵੇਖਦਾ ਵੀ ਹੈ, ਕੰਨਾਂ ਰਾਹੀਂ ਸੁਣਦਾ ਵੀ ਹੈ, ਨਾਸਕਾਂ ਰਾਹੀਂ ਸੁੰਘਦਾ ਵੀ ਹੈ, ਜੀਭ ਰਾਹੀਂ ਸਵਾਦ ਵੀ ਲੈਂਦਾ, ਕੌੜੇ ਮਿੱਠੇ ਬਾਰੇ ਵੀ ਦੱਸਦਾ। ਇਹ ਸਾਰੇ ਕੰਮ ਮਨ ਹੀ ਕਰਦਾ ਹੈ ਇਹਨਾਂ ਸਾਰਿਆਂ ਵਿੱਚ ਵਰਤ ਕੇ, ਤੇ ਮਨ ਪਰਮੇਸ਼ਰ ਦੀ ਅੰਸ਼ ਹੈ। ਇਸ ਕਰਕੇ ਬਾਬਾ ਜੀ ਕਹਿੰਦੇ ਆਨੰਦ ਸਾਹਿਬ 'ਚ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਅੰਗੀਕਾਰ ਹੁੰਦਾ ਹੈ ਆਪਣੇ ਵਿੱਚ ਮਿਲਾ ਲੈਣਾ। ਜਿਵੇਂ ਤੁਸੀਂ ਅਰਦਾਸ ਕਰਦੇ ਹੋ, ਮਹਾਰਾਜ ਜੀ ਸੁੰਦਰ ਪੁਸ਼ਾਕਾ ਹਾਜ਼ਰ ਹੈ, ਅੰਗੀਕਾਰ ਕਰੋ। ਜਦ ਗੁਰੂ ਪੁਸ਼ਾਕੇ ਨੂੰ, ਰੁਮਾਲੇ ਨੂੰ ਅੰਗੀਕਾਰ ਕਰੇਗਾ ਤੇ ਫਿਰ ਕੀ ਹੋਵੇਗਾ? ਰੁਮਾਲਾ ਉੱਪਰ ਆ ਜਾਏਗਾ, ਮਹਾਰਾਜ ਜੀ ਉਹਦੇ ਵਿੱਚ ਚਲੇ ਜਾਣਗੇ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਗੁਰੂ ਜਦ ਮਨ ਨੂੰ ਅੰਗੀਕਾਰ ਕਰੇਗਾ, ਇਹਨੂੰ ਆਪਣੇ ਵਿੱਚ ਮਿਲਾ ਲਵੇਗਾ। ਅੰਗੀਕਾਰ ਉਹ ਕਰੇ ਤੇਰਾ ਘਰ ਸਭ ਸਵਾਰਨਾ, ਤੈਨੂੰ ਆਪਦਾ ਬਣਾ ਲਵੇਗਾ। ਇਸ ਕਰਕੇ ਇਹ ਮਨ ਜਿਹੜਾ ਹੈ ਪੰਜੇ ਗਿਆਨ ਇੰਦਰੀਆਂ ਵਿੱਚ ਕੰਮ ਕਰਦਾ ਜੇ। ਸੁਖ ਪਤ ਮੈਂ ਇੱਕ ਨਾਰਮ ਜਾਰੇ, ਨੈਸ਼ ਪਰਸ਼ ਤੁਝ ਸੋ ਤਬ ਧਾਰੇ। ਕਹਿਣ ਲੱਗੇ ਜਦੋਂ ਸੁਖੋਪਤੀ ਵੀ ਚਲਿਆ ਜਾਂਦਾ ਹੈ, ਉਦੋਂ ਇਹਦਾ ਸਰੀਰ ਨਾਲ ਸਪਰਸ਼ ਟੁੱਟ ਜਾਂਦਾ ਹੈ, ਖੱਲੜੀ ਨਾਲ ਸਪਰਸ਼ ਟੁੱਟ ਜਾਂਦਾ ਹੈ ਮਨ ਦਾ। ਜਦੋਂ ਇਹ ਸੁਖੋਪਤੀ ਵਿੱਚ ਵਗ ਜਾਂਦਾ, ਉਹਨੂੰ ਇਹਦਾ ਸਰੀਰ ਦਾ ਪਤਾ ਨਹੀਂ ਲੱਗਦਾ ਕਿ ਸਰੀਰ ਕਿੱਥੇ ਪਿਆ। ਉਸ ਵੇਲੇ ਸੁਖੋਪਤੀ ਵਿੱਚ ਹੁੰਦਾ। ਲਪਟਿਓ ਰਹਿਤ ਨਾਰਿਕੋ ਮਾਹੀ, ਪ੍ਰਾਪਤ ਤਬੇ ਗਿਆਨ ਕੀ ਨਾਹੀ। ਸੁਖੋਪਤੀ ਵਿੱਚ ਇਹਨੂੰ ਗਿਆਨ ਨਹੀਂ ਰਹਿੰਦਾ। ਨਾੜ ਤੋਂ ਭਾਵ ਨਾੜੀ, ਕਹਿੰਦੇ ਸੁਖੋਪਤੀ ਨਾੜੀ ਵਿੱਚ ਜਿਆਦਾ ਚਲਿਆ ਲੈਂਦਾ, ਉਹਦੇ ਲਪਟਿਆ ਰਹਿੰਦਾ, ਉੱਥੇ ਬੈਠਾ ਰਹਿੰਦਾ। ਫਿਰ ਇਹਨੂੰ ਗਿਆਨ ਭੁੱਲ ਜਾਂਦਾ ਦੁਨੀਆ ਦਾ। ਜਾਗਰਤ ਮੈਂ ਸਪਰਸ਼ ਤੁਝ ਹੋਏ, ਗਿਆਨ ਪਾਏ ਸਭ ਕੋ ਤਬ ਸੋਏ। ਤੇ ਜਦੋਂ ਸੁਖੋਪਤੀ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦਾ ਜਾਗਰਤ ਵਿੱਚ, ਫਿਰ ਸਰੀਰ ਵਿੱਚ ਫੈਲ ਜਾਂਦਾ ਹੈ। ਫਿਰ ਕੰਨਾਂ ਦੇ ਰਾਹੀਂ ਸੁਣ ਵੀ ਲੱਗ ਜਾਂਦਾ ਹੈ, ਅੱਖਾਂ ਰਾਹੀਂ ਦਿਸਣ ਵੀ ਲੱਗ ਜਾਂਦਾ ਹੈ, ਤੇ ਜੀਭ ਦੇ ਨਾਲ ਸਵਾਦ ਵੀ ਪਤਾ ਲੱਗਣ ਲੱਗ ਜਾਂਦਾ ਹੈ। ਜਦੋਂ ਸੁਖੋਪਤੀ ਵੀ ਜਾਂਦਾ, ਪਿੱਛੇ ਪੜ੍ਹਿਆ ਸੀਗਾ, ਜਾਗਤ ਸੁਪਨ ਸੁਖੋਪਤੀ ਤੁਰੀਆ, ਆਤਮ ਭੂਪਤ ਕੀਏ ਪੁਰੀਆ। ਜਾਗਤ ਵਿੱਚ ਵੀ ਜੁੜਿਆ, ਸੁਪਨੇ ਵਿੱਚ ਵੀ ਜੁੜਿਆ, ਤੁਰੀਆ ਵਿੱਚ ਵੀ ਜੁੜਿਆ, ਤੇ ਨਾਲੇ ਭਜਨ ਵਿੱਚ ਬੈਠਾ ਹੈ। ਪਰ ਸੁਖੋਪਤੀ ਵਿੱਚ ਇਹਨੂੰ ਗਿਆਨ ਨਹੀਂ ਆ, ਕਿਉਂਕਿ ਉੱਥੇ ਕੇਵਲ ਤੇ ਕੇਵਲ ਆਪਣੇ ਉਸ ਸੁਖਮਣੀ ਸੁਖੋਪਤੀ ਨਾੜੀ ਦੇ ਵਿੱਚ ਹੀ ਇਹ ਲਪਟਿਆ ਪਿਆ, ਉਲਝਿਆ ਪਿਆ। ਜਦੋਂ ਹੀ ਜਾਗਤ ਵਿੱਚ ਆਇਆ ਤੇ ਦੁਬਾਰਾ ਗਿਆਨ ਪ੍ਰਗਟ ਹੋ ਗਿਆ। ਸੋ ਮੋਹ ਭਾਗ ਚਰੀਏ ਬਾਰ, ਅਸਤ ਸੁਖਮ ਹੈ ਇਕ ਨਾਰ। ਤਾਂ ਭਾਈ ਸਾਹਿਬ ਜੀ ਕਹਿੰਦੇ ਅੰਦਰ ਇੱਕ ਨਾੜੀ ਇੰਨੀ ਬਰੀਕ ਹੈ। ਕਿੰਨੀ ਬਰੀਕ ਹੈ? ਜਿਵੇਂ ਬਾਲ ਦਾ ਸੌਮਾ ਹਿੱਸਾ ਚੀਰ ਕੇ ਕਰੀਏ। ਕਹੋ ਸਤਨਾਮ। ਕਬੀਰ ਸਾਹਿਬ ਜੀ ਕਹਿੰਦੇ ਕਿੰਨਾ ਬਰੀਕ ਹੈ ਉਹ, ਜਿੰਨਾ ਸਰੋਂ ਦੇ ਦਾਣੇ ਦਾ 10ਵਾਂ ਹਿੱਸਾ ਕਰ ਦਈਏ। ਇਸ ਤਰ੍ਹਾਂ ਗੁਰੂ ਪਿਆਰੋ ਕਬੀਰ ਸਾਹਿਬ ਨੇ ਸ਼ਲੋਕਾਂ ਵਿੱਚ ਇਹ ਗੱਲ ਲਿਖੀ ਆ। ਉਹ ਇੰਨਾ ਬਰੀਕ ਹੈ ਸਾਡਾ ਮਨ, ਜਿਵੇਂ ਕਹਿੰਦੇ ਬਾਲ ਦਾ 100ਵਾਂ ਹਿੱਸਾ ਕਰ ਦਈਏ ਜੀ। ਸੁਪਨ ਅਵਸਥਾ ਤਿਸਮੇ ਪਾਵੈ, ਥਿਰ ਨਾਰੀ ਮੈਂ ਸਕਲ ਬਨਾਵੈ। ਉਹ ਜਿਹੜੀ ਨਾੜੀ ਹੈ ਬਰੀਕ, ਜਿਹੜੀ ਇੰਨੀ ਬਰੀਕ ਹੈ, ਇੰਨੀ ਪਤਲੀ ਹੈ, ਜੇ ਬਾਲ ਨੂੰ ਕੱਟ ਕੇ ਉਹਦੇ 100ਵੇਂ ਹਿੱਸੇ ਜਿੰਨੀ ਕਰ ਲਈਏ ਤੇ ਉਹਦੇ ਵਿੱਚ ਇਹ ਸੁਪਨ ਅਵਸਥਾ ਵਿੱਚ ਚਲਿਆ ਜਾਂਦਾ। ਉੱਥੇ ਜਾ ਕੇ ਸੁਪਨੇ ਬਣਾਉਂਦਾ ਹੈ। ਸਭ ਚਿਤ ਸਿਜ ਤਰਾ ਤਰ ਭਾਰੇ, ਸੂਰਜ ਚੰਦ ਗਗਨ ਗਨ ਤਾਰੇ। ਹੁਣ ਇਹ ਭਾਈ ਸਾਹਿਬ ਜੀ ਥੋੜਾ ਅੰਦਰਲਾ ਗਿਆਨ ਬਖਸ਼ਿਸ਼ ਕਰਦੇ ਆ। ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਇਹ ਮਨ ਦੀ ਅਵਸਥਾ, ਮਨ ਕਿਸ ਤਰ੍ਹਾਂ ਕਿੱਥੇ ਕੰਮ ਕਰਦਾ, ਕਿੱਥੇ ਨਹੀਂ ਕਰਦਾਗਾ, ਇਹ ਵਿਚਾਰਾਂ ਇੱਥੇ ਰੋਕਦੇ ਆ। ਬੋਲਦਿਆਂ ਨੇ ਅੱਖਰ ਬਾਅਦ ਘਾਟ ਹੋ ਜਾਂਦੇ।
ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगन, हे पूरन हे सर्व मैं, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे, हो बनहार, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, जाके बरोए, आए प्रभ शरणागति, नित दयाल, एक अखर हर मन बसत, होत निहाल, एक ओंकारा सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए, वाहिगुरु जी का खालसा, वाहिगुरु जी की फतेह।